ਧੰਨ ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਨਾਹੇ ਨਾ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਇਕ ਓੰਕਾਰ ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ। ਬਸੰਤ ਹਿੰਡੋਲ ਮਹਲਾ ਪਹਿਲਾ। ਰਾਜਾ ਬਾਲਕ ਨਗਰੀ ਕਾਚੀ, ਦੁਸ਼ਟਾਂ ਨਾਲ ਪਿਆਰੋ। ਦੋਏ ਮਾਈ ਦੋਏ ਬਾਪਾ ਪੜੀਐ, ਪੰਡਤ ਕਰੋ ਵਿਚਾਰੋ। ਸੁਆਮੀ ਪੰਡਤਾ ਦੇਵੋ ਮਤੀ, ਕਿਨ ਬਿਦ ਪਾਵੋ ਪ੍ਰਾਣਪਤੀ। ਸੁਆਮੀ ਪੰਡਤਾ ਦੇਵੋ ਮਤੀ, ਕਿਨ ਬਿਦ ਪਾਵੋ ਪ੍ਰਾਣਪਤੀ। ਰਹਾਉ ਭੀਤਰ ਅਗਨਾ ਬਨਸਪਤ ਮੌਲੀ, ਸਾਗਰ ਪੰਡੈ ਪਾਇਆ। ਚੰਦ ਸੂਰਜ ਦੋਇ ਘਰ ਹੀ ਭੀਤਰ, ਐਸਾ ਗਿਆਨ ਨ ਪਾਇਆ। ਰਾਮ ਰਵੰਤਾ ਜਾਣੀਐ, ਇਕ ਮਾਈ ਭੋਗ ਕਰੇ। ਤਾਂ ਕਿ ਲਖਣ ਜਾਣੀਐ, ਖਿਮਾ ਧਨ ਸੰਗ੍ਰਹਿ। ਕਹਿਆ ਸੁਣੈ ਨਾ ਖਾਇਆ ਮਾਨੈ, ਤੇ ਨਾਹੀ ਸੇਤੀ ਵਾਸਾ। ਪ੍ਰਣਵਤ ਨਾਨਕ ਦਾਸਨ ਦਾਸਾ, ਖਿਨ ਤੋੜਾ ਖਿਨ ਮਾਸਾ। ਕਹਿਆ ਸੁਣੈ ਨਾ ਖਾਇਆ ਮਾਨੈ, ਤੇ ਨਾਹੀ ਸੇਤੀ ਵਾਸਾ। ਪ੍ਰਣਵਤ ਨਾਨਕ ਦਾਸਨ ਦਾਸਾ, ਖਿਨ ਤੋੜਾ ਖਿਨ ਮਾਸਾ। ਪਰਮ ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਬੈਠ ਕੇ ਅੱਜ ਦੇ ਗੁਰਮਤਿ ਸਮਾਗਮ ਵਿੱਚ ਆਪਾਂ ਸਾਰੇ ਹਾਜ਼ਰੀ ਭਰ ਰਹੇ ਹਾਂ। ਸਤਿਗੁਰੂ ਜੀ ਦੀ ਗੋਦ ਵਿੱਚ ਬੈਠ ਕੇ ਬਹੁਤ ਪਿਆਰ ਨਾਲ ਮੇਰੇ ਤੋਂ ਪਹਿਲਾਂ ਸਤਿਕਾਰਯੋਗ ਭਾਈ ਸਾਹਿਬ ਹੁਣਾਂ ਦੇ ਜਥੇ ਨੇ ਸਤਿਗੁਰੂ ਦੀ ਪਾਵਨ ਬਾਣੀ ਦਾ ਕੀਰਤਨ ਸਰਵਣ ਕਰਾਇਆ ਹੈ। ਅੱਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸੰਗਤਾਂ ਇੱਕ ਦੂਜੇ ਨੂੰ ਵਧਾਈਆਂ ਦੇ ਰਹੀਆਂ ਨੇ। ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਮੈਂ ਇੱਕ ਜ਼ਰੂਰੀ ਬੇਨਤੀ ਕਰਨੀ ਚਾਹਾਂਗਾ। ਸਰਦਾਰ ਕਰਮ ਸਿੰਘ ਹਿਸਟੋਰੀਅਨ, ਜਿਨ੍ਹਾਂ ਨੇ ਤੁਹਾਡੇ ਵਿੱਚ ਉਹਨਾਂ ਦਾ ਨਾਮ ਸੁਣਿਆ ਹੋਵੇ ਜਾਂ ਉਹਨਾਂ ਦੀਆਂ ਲਿਖੀਆਂ ਹੋਈਆਂ ਕੋਈ ਕਿਤਾਬਾਂ ਇੱਕ ਦੋ ਪੜ੍ਹੀਆਂ ਹੋਣਗੀਆਂ, ਉਹਨਾਂ ਨੂੰ ਪਤਾ ਹੋਵੇਗਾ। ਉਹਨਾਂ ਦੀਆਂ ਕਿਤਾਬਾਂ ਤੇ ਬਹੁਤ ਮਹੱਤਵਪੂਰਨ ਨੇ, ਪਰ ਉਹਨਾਂ ਕਿਤਾਬਾਂ ਵਿੱਚੋਂ ਇੱਕ ਕਿਤਾਬ
ਜਿਹੜੀ ਅੱਜ ਦੇ ਵਿਸ਼ੇ ਨਾਲ ਸੰਬੰਧਿਤ ਹੈ ਉਹਦਾ ਜ਼ਿਕਰ ਕਰਨਾ ਮੈਂ ਜ਼ਰੂਰੀ ਸਮਝਦਾ ਹਾਂ। ਉਸ ਕਿਤਾਬ ਦਾ ਨਾਮ ਹੈ ਕੱਤਕ ਕੇ ਵੈ, ਸਾਰੇ ਬੋਲੋ ਜੀ, ਕੱਤਕ ਕੇ ਵੈਸਾਖ। ਉਹ ਕਿਤਾਬ ਹੈ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨਾਲ ਸੰਬੰਧਿਤ, ਵੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਕੱਤਕ ਵਿੱਚ ਹੈ ਜਾਂ ਵੈਸਾਖ ਵਿੱਚ ਹੈ। ਉਹ ਕਿਤਾਬ ਦਾ ਨਾਮ ਹੀ ਇਹ ਹੈ। ਹਰ ਸਿੱਖ ਦੇ ਘਰ ਚਾਹੀਦੀ ਹੈ। ਅਸੀਂ ਮਹਿੰਗੇ ਕੱਪੜੇ ਵੀ ਲੈ ਆਉਂਦੇ ਹਾਂ। ਜੇ ਪਰਿਵਾਰ ਦੇ 4 ਜੀ ਨੇ ਤੇ 2-2 ਗੱਡੀਆਂ 3-3 ਖਲੋਤੀਆਂ ਹੁੰਦੀਆਂ, ਤੇ ਕਈਆਂ ਘਰਾਂ ਵਿੱਚ ਜਿੰਨੇ ਜੀ, ਬੋਲੋ ਅੱਗੇ ਜੀ, ਉਹਨੀਆਂ ਹੀ ਗੱਡੀਆਂ। ਕੱਪੜੇ ਵੀ ਸੁੱਖ ਨਾਲ ਵਾਧੂ, ਖਾਣਾ ਪੀਣਾ ਵੀ ਅਸੀਂ ਵਾਧੂ ਆਪਣੇ ਘਰਾਂ 'ਚ ਰੱਖਦੇ ਹਾਂ। ਆ ਕਰੋਨਾ ਨੇ ਕਈ ਚੀਜ਼ਾਂ ਸਿਖਾਤੀਆਂ, ਕਈ ਮਹੀਨਿਆਂ ਦਾ ਰਾਸ਼ਨ ਵੀ ਸਟੋਰ ਕਰਕੇ ਰੱਖਦੇ ਹਾਂ। ਪਰ ਟਾਵਾਂ ਪਰਿਵਾਰ ਹੋਏਗਾ ਜਿਨ੍ਹਾਂ ਘਰਾਂ ਵਿੱਚ ਤੁਹਾਨੂੰ 2, 4, 10, 20 ਸਿੱਖੀ ਨਾਲ ਸੰਬੰਧਿਤ ਕਿਤਾਬਾਂ ਮਿਲ ਜਾਣ। ਮੈਂ ਟਾਵਾਂ ਪਰਿਵਾਰ ਕਿਹਾ, ਰਾਸ਼ਨ ਘਰ ਹੋਵੇ ਇਹ ਟਾਵਾਂ ਪਰਿਵਾਰ ਨਹੀਂ, ਇਹ ਸਾਰਿਆਂ ਘਰਾਂ 'ਚ ਹੀ ਹੈ। ਜਿੰਨੀ ਕੁ ਬੰਦੇ ਦੇ ਕੋਲ ਯੋਗਤਾ ਹੈ, ਕੱਪੜੇ ਆਪਣੀ ਸਮਰੱਥਾ ਮੁਤਾਬਕ ਲੈ ਕੇ ਆਉਂਦਾ। ਕਈ ਵਾਰੀ ਜੇਬ ਸਾਥ ਨਹੀਂ ਦਿੰਦੀ ਤਾਂ ਵੀ ਲੈ ਆਉਂਦਾ, ਉਧਾਰ ਕਰ ਲੈਂਦਾ, ਗੱਡੀਆਂ ਕਿਸ਼ਤਾਂ ਤੇ ਲੈ ਆਉਂਦਾ, ਵੀ ਥੋੜਾ ਜਿਹਾ ਰਿਟਰਨ ਵਿੱਚ ਫਰਕ ਪੈ ਜਾਏ, ਕੋਈ ਟੈਕਸ ਮਾਫ ਹੋ ਜਾਏ, ਕੰਪਨੀ ਖੋਲੀ ਹੈ, ਕਰ ਲੈਂਦਾ ਬੰਦਾ, ਬੜਾ ਕੁਝ ਕਰਦਾ। ਕਈ ਵਾਰੀ ਗੱਡੀ ਦੀ ਲੋੜ ਨਹੀਂ ਹੁੰਦੀ ਉਹਨੂੰ, ਕਹਿੰਦਾ ਉਧਰੋਂ ਟੈਕਸ ਥੋੜਾ ਜਿਹਾ ਇੱਧਰ ਹੋ ਜਾਏਗਾ, ਇਹਨੇ 4 ਸਾਲ ਬਾਅਦ ਗੱਡੀ ਮੈਂ ਬਦਲਣੀ ਹੈ। ਇਹ ਸਾਰੀਆਂ ਗੱਲਾਂ ਬੰਦੇ ਨੂੰ ਆਉਂਦੀਆਂ ਨੇ। ਹੁਣ ਮੇਰਾ ਪਹਿਲਾ ਸਵਾਲ ਹੈ, ਕਿਸੇ ਦੇ ਬੱਚੇ ਦਾ ਜਨਮ ਹੋਇਆ 16 ਫਰਵਰੀ ਨੂੰ, ਤਾਂ ਕੁਦਰਤੀ ਗੱਲ ਰਿਸ਼ਤੇਦਾਰ ਸਾਰਿਆਂ ਨੂੰ ਇਨਵਾਈਟ ਕਰਦਾ, ਸੱਦਾ ਪੱਤਰ ਦਿੰਦਾ, ਹੋ ਜੀ ਮੈਂ ਅੱਜ ਫੰਕਸ਼ਨ ਕਰਨ ਲੱਗਾ, ਮੇਰੇ ਬੱਚੇ ਦਾ 16 ਫਰਵਰੀ ਨੂੰ ਜਨਮ ਦਿਨ ਹੈ। ਜੇ 21 ਵਿੱਚ 16 ਫਰਵਰੀ ਨੂੰ ਮਨਾਇਆ ਤੇ 22 ਨੂੰ ਕਿੰਨੇ ਨੂੰ ਮਨਾਏਗਾ? ਬੋਲ ਕੇ ਦੱਸਿਓ। ਸਾਧ ਸੰਗਤ ਜੀ, ਤੁਹਾਡੇ ਵੱਲੋਂ ਆਵਾਜ਼ ਨਹੀਂ ਆਈ ਜੀ, ਕਿ ਬਦਲੇਗਾ ਜੀ? ਬੋਲੋ ਸਾਧ ਸੰਗਤ ਜੀ, ਨਹੀਂ ਬਦਲੇਗਾ ਨਾ। ਇਹ ਗੁਰੂਆਂ ਨਾਲ ਕਿਉਂ ਬਦਲਦੇ ਨੇ? ਕਦੀ ਸਵਾਲ ਆਇਆ ਦਿਮਾਗ 'ਚ ਆਪਣੇ? ਹੁਣ ਧਿਆਨ ਨਾਲ ਸੁਣੋ। ਯੈਸ, ਬਹੁਤ ਵਧੀਆ ਭੈਣ, ਵੀ ਆਉਂਦਾ ਹੈ, ਜਵਾਬ ਨਹੀਂ ਮਿਲਦਾ। ਮੂਲ ਨਾਨਕਸ਼ਾਹੀ ਕੈਲੰਡਰ 2003 ਵਿੱਚ ਜਿਹੜਾ ਸਰਦਾਰ ਪਾਲ ਸਿੰਘ ਪੁਰੇਵਾਲ ਐਡਮਿੰਟਨ ਕੈਨੇਡਾ ਨਿਵਾਸੀ ਨੇ ਤਿਆਰ ਕੀਤਾ ਸੀ। ਸਾਡੀ ਕੌਮ ਦਾ ਇੱਕ ਦੁਖਾਂਤ ਹੈ, ਸਰਦਾਰ ਪਾਲ ਸਿੰਘ ਪੁਰੇਵਾਲ ਦਾ, ਤੁਹਾਡੇ ਤੋਂ ਜਿਨ੍ਹਾਂ ਨਾਲ, ਉਹਨਾਂ ਨੇ ਮੁਸਲਮਾਨਾਂ ਨੂੰ ਹਿਜਰੀ ਕੈਲੰਡਰ ਤਿਆਰ ਕਰਕੇ ਦਿੱਤਾ, ਤੇ ਮੁਸਲਮਾਨਾਂ ਨੇ ਉਹਨਾਂ ਨੂੰ ਐਨ ਸਤਿਕਾਰ ਦਿੱਤਾ ਵੀ ਤੁਸੀਂ ਬੜਾ ਕੰਮ ਵਧੀਆ ਕੀਤਾ। ਜਦੋਂ ਉਹਨਾਂ ਨੇ ਕੈਲੰਡਰ ਸਿੱਖਾਂ ਨੂੰ ਤਿਆਰ ਕਰਕੇ ਦਿੱਤਾ, ਤੇ ਜਿੰਨੇ ਸਿਧਾਂਤਕ ਬੰਦੇ ਸੀ ਉਹਨਾਂ ਨੂੰ ਉਹ ਕੈਲੰਡਰ ਪ੍ਰਵਾਨ ਹੋਇਆ, ਪਰ ਡੇਰੇਦਾਰਾਂ ਨੂੰ ਉਹ ਕੈਲੰਡਰ ਹਜਮ, ਉੱਚੀ ਬੋਲੋ ਜੀ, ਨਾ RSS ਨੂੰ। ਤੇ ਹੁਣ ਆਪੇ ਹਿਸਾਬ ਲਾ ਲਓ। ਸਭ ਤੋਂ ਪਹਿਲਾਂ RSS ਦੇ ਮੁਖੀ ਦਾ ਬਿਆਨ ਆਇਆ ਸੀ ਕਿ ਸਾਨੂੰ ਇਹ ਕੈਲੰਡਰ ਪ੍ਰਵਾਨੀ, ਹੱਦ ਹੋ ਗਈ, ਕੈਲੰਡਰ ਸਾਡਾ ਪ੍ਰਵਾਨਗੀ ਤੁਹਾਡੇ ਤੋਂ ਲੈਣੀ ਅਸੀਂ। ਇਹ ਤੋਂ ਪਤਾ ਲੱਗਦਾ ਹੈ ਕਿ ਸਾਡੇ ਗੁਰਦੁਆਰਿਆਂ ਦੇ ਵਿੱਚ ਅਗਲੇ ਕਿਸੇ ਨਾ ਕਿਸੇ ਰੂਪ ਵਿੱਚ ਘੁਸਪੈਠ ਕਰ ਚੁੱਕੇ ਨੇ। ਮਾਫ ਕਰਨਾ, ਮੈਂ ਪਹਿਲਾਂ ਮਾਫੀ ਮੰਗ ਲਵਾਂ ਕਿ ਅੱਜ ਸਿਧਾਂਤ ਦੀ ਗੱਲ ਹੈ, ਟਾਵਾਂ ਰਾਗੀ ਪ੍ਰਚਾਰਕ ਇਸ ਗੱਲ ਤੇ ਬੋਲੇਗਾ, ਅਗਲਿਆਂ ਨੂੰ ਪਤਾ ਹੈ, ਅਗਲੇ ਤਾਰ ਖਿੱਚ ਲੈਂਦੇ ਨੇ ਵੀ ਬਸ ਇਹ ਤੋਂ ਵੱਧ ਗੱਲ ਨਹੀਂ ਕਰਨੀ। ਪਰ ਯਾਦ ਰੱਖਿਓ, ਸਾਡੀਆਂ ਪੀੜ੍ਹੀਆਂ ਪੁੱਛਣਗੀਆਂ ਤੁਹਾਨੂੰ ਕਿ ਜੇ 70-80 ਸਾਲ ਬਾਅਦ ਤੁਹਾਡੀ ਜਨਮ ਤਰੀਕ ਨਹੀਂ ਬਦਲੀ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ 23 ਪੋਹ 5 ਜਨਵਰੀ ਹਰ ਸਾਲ ਕਿਉਂ ਬਦਲਦੀ ਹੈ? ਵੀ ਇੱਕ ਰੱਖੋ। ਹੁਣ ਅੱਜ ਵੀ ਮੈਂ ਵੇਖਿਆ ਅੱਗੋਂ ਪਿੱਛੋਂ ਨਾਨਕਸ਼ਾਹੀ, ਮੂਲ ਨਾਨਕਸ਼ਾਹੀ ਕੈਲੰਡਰ ਦਾ ਰੌਲਾ ਪਾਉਣ ਵਾਲੇ ਵੀ ਅੱਜ ਵਧਾਈਆਂ ਦੇ ਰਹੇ ਨੇ ਸਵੇਰ ਦੀਆਂ। ਹੁਣ ਸਰਦਾਰ ਕਰਮ ਸਿੰਘ ਹਿਸਟੋਰੀਅਨ ਨੇ ਕਿਤਾਬ ਵਿੱਚ ਪਤਾ ਕੀ ਲਿਖਿਆ? ਆਪਾਂ ਆਪਣੇ ਸਕੂਲਾਂ ਵਿੱਚ ਜਦੋਂ ਸਿਲੇਬਸ ਵਿੱਚ ਕਿਤਾਬਾਂ ਵਿੱਚ ਪੜ੍ਹਦੇ ਰਹੇ ਹਾਂ, ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ 15 ਅਪ੍ਰੈਲ 1400, ਬੋਲੋ ਸਾਰੇ ਜੀ, ਇੱਦਾਂ ਹੀ ਪੜ੍ਹਦੇ ਰਹੇ ਆਪਾਂ ਸਾਰੇ ਸਕੂਲਾਂ 'ਚ ਇੰਝ ਹੀ ਪੜ੍ਹਦੇ ਰਹੇ। 15 ਅਪ੍ਰੈਲ 1469, 15 ਅਪ੍ਰੈਲ 1469, ਆਪਾਂ ਇੱਦਾਂ ਹੀ ਪੜ੍ਹਦੇ ਰਹੇ। ਅੱਛਾ, ਪੜ੍ਹਦੇ 15 ਅਪ੍ਰੈਲ 1469, ਜਾਣੀ ਕਿ 15 ਅਪ੍ਰੈਲ ਮੀਨਿੰਗ ਇੱਕ ਵੈਸਾਖ। ਵਿਸਾਖੀ ਦੀ ਸਾਡੇ ਵਿੱਚ ਬੜੀ ਮਹੱਤਤਾ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਖਾਲਸੇ ਦੀ ਸਾਜਨਾ ਦਿਵਸ ਨੂੰ ਵਿਸਾਖੀ ਚੁਣਦੇ ਨੇ, ਉਹ ਪਹਿਲਾਂ ਗੁਰੂ ਨਾਨਕ ਸਾਹਿਬ ਨੂੰ ਰੱਖਦੇ ਨੇ ਕਿ ਇਸ ਦਿਨ ਗੁਰੂ ਨਾਨਕ ਸਾਹਿਬ ਸੰਸਾਰ ਤੇ ਉਹਨਾਂ ਦਾ ਆਗਮਨ ਹੋਇਆ ਸੀ। ਵਿਸਾਖੀ ਨਾਲ ਬੜਾ ਡੂੰਘਾ, ਵਿਸਾਖੀ ਤੇ ਸੱਦੇ ਪੱਤਰ ਦਿੱਤੇ ਜਾਂਦੇ ਸਨ। ਸਾਲ ਬਾਅਦ 2-2 ਇਕੱਠ ਹੁੰਦੇ ਸੀ ਵਿਸਾਖੀ
ਦੀਵਾਲੀ ਤੇ ਇਹ ਇਕੱਠ ਹੁੰਦੇ ਸਨ। ਇਹ ਮੌਸਮੀ ਦਿਨ ਸੀ ਨਾ ਕਿ ਸੱਦਾ ਪੱਤਰ ਦੇਣੇ ਆਉਣਾ, ਦੂਰੋਂ ਸੁਨੇਹਾ ਦੇਣ ਦਾ ਇੱਕ ਤਰੀਕਾ ਹੁੰਦਾ ਸੀ। ਆਮ ਦਿਨ ਬੰਦੇ ਨੂੰ ਭੁੱਲ ਜਾਂਦੇ ਸੀ, ਪਰ ਜਿਹੜੇ ਇਤਿਹਾਸਕ ਦਿਨ ਹੁੰਦੇ ਸੀ ਇਹ ਛੇਤੀ ਕੀਤਿਆਂ ਬੰਦੇ ਨੂੰ ਭੁੱਲਦੇ ਨਹੀਂ ਸਨ। ਇਹ ਜਿਹੜੀ ਅੱਜ ਅੰਮ੍ਰਿਤਸਰ ਵੀ ਵੱਡੇ ਪੱਧਰ ਤੇ ਦੀਵਾਲੀ, ਇਹਦਾ ਪਿਛੋਕੜ ਪਤਾ ਕੀ ਸੀ ਕਿ ਵਿਸਾਖੀ, ਦੀਵਾਲੀ ਇਹ ਚੀਜ਼ਾਂ ਕਿਉਂਕਿ ਆਮ ਦਿਨ ਬੰਦੇ ਨੂੰ ਚੇਤਾ ਕਰਾਉਣਾ ਪੈਣਾ ਹੈ, ਪਰ ਇਹ ਇਤਿਹਾਸਕ ਦਿਨ ਅੱਜ ਵਰਗੇ ਕੈਲੰਡਰ ਨਹੀਂ ਸੀ, ਅੱਜ ਵਰਗੇ ਮੋਬਾਈਲ ਨਹੀਂ ਸੀ, ਅੱਜ ਵਰਗਾ ਸੱਦਾ ਪੱਤਰ ਦੇਣ ਦਾ ਤਰੀਕਾ ਨਹੀਂ ਸੀ। ਉਹ ਵਿਸਾਖੀ ਤੇ ਇਕੱਠ ਹੋਣਾ, ਕਹਿਣਾ ਅਗਲਾ ਇਕੱਠ ਦੀਵਾਲੀ ਤੇ ਹੋਏਗਾ, ਦੀਵਾਲੀ ਤੇ ਇਕੱਠ ਹੋਇਆ, ਅਗਲਾ ਇਕੱਠ ਵਿਸਾਖੀ ਤੇ ਹੋਏਗਾ। ਉਹ ਫਿਰ ਅਗਲਾ ਇਕੱਠ ਹੋਣ ਵੇਲੇ ਬੈਠ ਕੇ ਵਿਚਾਰ ਚਰਚਾ ਕਰਨੀ। ਪਰ ਅੱਜ ਸਾਡੇ ਤੋਂ ਇਕੱਠ ਹੋਣਾ, ਵਿਚਾਰ ਚਰਚਾ ਹੋਣੀ, ਗੁਰਮਤੇ ਹੋਣੇ, ਕੁਝ ਸਿੱਖੀ ਦੀਆਂ ਗੱਲਾਂ ਕਰਨੀਆਂ, ਉਹ ਤੇ ਹੋ ਗਈਆਂ ਮਨਫੀ। ਰਹਿ ਕੀ ਗਿਆ? ਅਸੀਂ ਦੀਵਾਲੀ ਮਨਾਉਣੀ ਆ, ਜਾਂ ਸਾਡੀ ਜ਼ੁਬਾਨ ਤੇ ਸ਼ਬਦ ਚੜ੍ਹ ਗਏ ਕੀ ਮਨਾਉਣਾ? ਅਸੀਂ ਗੁਰਪੁਰਬ ਮਨਾਉਣਾ ਹੈ। ਮਨਾਉਣਾ ਕਿਹਨੂੰ ਹੈ? ਆਪਣੇ ਮਨ ਨੂੰ। ਆਪਣੇ ਮਨ ਨੂੰ ਮਨਾਈਏ ਕਿ ਸਾਡਾ ਮਨ ਗੁਰੂ ਦੀ ਸਿੱਖਿਆ ਵਿੱਚ ਮੰਨ ਜਾਏ। ਹੈ ਤਾਂ ਔਖਾ ਕੰਮ, ਪਰ ਇਸ ਪਿਰਤ ਨੂੰ ਤੋੜ। ਹੌਲੀ ਹੌਲੀ ਪੰਜਾਬ ਵਿੱਚ ਬਹੁਤ ਥਾਵਾਂ ਤੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ 1 ਵਿਸਾਖ ਨੂੰ ਮਨਾਉਣ ਲੱਗ ਪਏ। ਹੌਲੀ ਹੌਲੀ ਪਿਰਤ ਪਾਉਣੀ ਪੈਣੀ ਹੈ ਤੁਹਾਨੂੰ, ਕਿਉਂਕਿ ਵਿਪਰ ਨੂੰ ਇਹ ਚੀਜ਼ ਹਜਮ ਨਹੀਂ ਸੀ ਹੁੰਦੀ। ਉਹਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ 1 ਵਿਸਾਖ ਤੋਂ ਚੁੱਕ ਕੇ ਕੱਤਕ ਦੀ ਪੂਰਨਮਾਸ਼ੀ ਨੂੰ ਲੈ ਗਿਆ, ਕਿਉਂਕਿ ਕੱਤਕ ਦੇ ਮਹੀਨੇ ਵਿੱਚ ਜਿਹੜਾ ਬਾਲਕ ਪੈਦਾ ਹੁੰਦਾ, ਵਿਪਰ ਦੇ ਗ੍ਰੰਥਾਂ ਮੁਤਾਬਕ ਕਹਿੰਦਾ ਉਹਦੇ ਲੱਛਣ ਚੰਗੇ ਨਹੀਂ ਹੁੰਦੇ। ਕਿਉਂਕਿ ਉਹਦਾ ਕਾਰਨ ਸੀ, ਸਭ ਤੋਂ ਵੱਡੀ ਗੱਲ ਸੀ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸਿਧਾਂਤ ਆਮ ਵਿਪਰ ਨੂੰ ਪਸੰਦ ਕਿਉਂ ਨਹੀਂ? ਕਿਉਂਕਿ ਗੁਰੂ ਨਾਨਕ ਸਾਹਿਬ ਨੇ ਜਨੇਊ ਤੋਂ ਲੈ ਕੇ ਹਰ ਗੱਲ ਦੇ ਉੱਤੇ ਚੋਟ ਕੀਤੀ ਹੈ। ਭਾਵੇਂ ਉਹ ਕੋਈ ਵੀ ਹੈ, ਭਾਵੇਂ ਉਹ ਪਗੜੀ ਧਾਰੀ ਹੋਵੇ, ਦਸਤਾਰ ਧਾਰੀ ਹੋਵੇ, ਜਿਹੜਾ ਵੀ ਬੰਦਾ ਕਰਮ ਕਾਂਡਾਂ ਦੀ ਗੱਲ ਕਰਦਾ, ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਉਹਨਾਂ ਨੂੰ ਕਦੀ ਵੀ ਹਜਮ ਨਹੀਂ ਹੋਏਗੀ। ਹੌਲੀ ਹੌਲੀ ਆਪਣੇ ਪਰਿਵਾਰਾਂ 'ਚ ਇਹ ਰੁਝਾਨ ਪੈਦਾ ਕਰੋ। ਕਮ ਸੇ ਕਮ ਆਪਣੇ ਮਰਨ ਤੋਂ ਪਹਿਲਾਂ ਆਪਾਂ ਆਪਣੇ ਬੱਚੇ ਨੂੰ ਕਲੀਅਰ ਦੱਸਦੇ ਜਾਈਏ, ਪੁੱਤਰ ਹੈ 1 ਵਿਸਾਖ ਦਾ, ਪਰ ਅੱਜ ਹੌਲੀ ਹੌਲੀ ਪ੍ਰਚਲਿਤ ਹੋ ਗਿਆ। ਅਸੀਂ ਇਸ ਦਲਦਲ 'ਚੋਂ ਹੌਲੀ ਹੌਲੀ ਆਪਣੇ ਆਪ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਨੀ ਹੈ। ਇਹ ਮੇਰੀ ਹੱਥ ਜੋੜ ਕੇ ਬੇਨਤੀ। ਚਲੋ ਆਓ ਹੁਣ ਆਪਾਂ ਕੁਝ ਸਮਾਂ ਗੁਰੂ ਪਾਤਸ਼ਾਹ ਜੀ ਦੀ ਸਿੱਖਿਆ, ਬਾਣੀ, ਸ਼ਬਦ, ਕਿਉਂਕਿ ਮੈਂ ਪਹਿਲਾਂ ਆਰੰਭ ਗੱਲ ਕੀਤੀ ਹੈ ਕਿ ਬੰਦਾ 2-2 3-3 ਅਖਬਾਰਾਂ ਤੇ ਰੋਜ਼ ਪੜ੍ਹ ਲੈਂਦਾ। ਸਵੇਰੇ ਉੱਠ ਕੇ ਚਾਹ ਦਾ ਕੱਪ ਪੀਂਦਾ ਹੈ, ਪਹਿਲਾਂ ਇੱਕ ਪੇਪਰ ਪੜ੍ਹਦਾ, ਫਿਰ ਦੂਜਾ ਪੜ੍ਹਦਾ ਹੈ। ਇਹਦਾ ਮਤਲਬ ਪੜ੍ਹਨ ਦੀ ਰੁਚੀ ਹੈ ਨਾ? ਤੂੰ ਇੱਕ ਕਿਤਾਬ ਵੀ ਰੱਖ ਆਪਣੇ ਸਿਰਹਾਣੇ, 2 ਪੇਜ ਕਿਸੇ ਕਿਤਾਬ ਦੇ ਪੜ੍ਹ ਕਮ ਸੇ ਕਮ। ਜੇ ਤੇਰੇ ਕੋਲ, ਜੇ ਹੁਣ ਅੱਜ ਆਪਾਂ ਸਵੇਰੇ ਖਬਰ ਆਈ ਹੈ ਕਿ ਕੇਂਦਰ ਸਰਕਾਰ ਨੇ 3 ਕਾਲੇ ਕਾਨੂੰਨ ਰੱਦ ਕਰ ਦਿੱਤੇ, ਐਲਾਨ ਕੀਤਾ ਹੈ, ਉਹ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਸਾਰਿਆਂ ਨੂੰ ਪਤਾ ਲੱਗ ਗਿਆ ਨਾ? ਕਿੱਦਾਂ ਲੱਗਾ? ਕੁਝ ਪੜ੍ਹਿਆ, ਕੁਝ ਸੁਣਿਆ। ਇਹਦਾ ਮਤਲਬ ਇਹ ਹੈ ਕਿ ਜੇ ਅਸੀਂ ਪੇਪਰ ਪੜ੍ਹਾਂਗੇ, ਕੁਝ ਸੁਣਦੇ ਹਾਂ, ਸਾਡੇ ਤੱਕ ਖਬਰ ਪਹੁੰਚਦੀ ਆ ਨਾ, ਤੇ ਸ਼ਾਇਦ ਸਾਡੇ ਘਰਾਂ ਵਿੱਚ ਜੇ ਇਦਾਂ ਹੁੰਦਾ, ਕੋਈ ਕਿਤਾਬ ਪਈ ਹੁੰਦੀ, ਅਸੀਂ ਸਿੱਖੀ ਨਾਲ ਸੰਬੰਧਿਤ ਕੋਈ ਗੱਲ ਪੜ੍ਹਦੇ। ਅੱਜ ਪ੍ਰਭਾਤ ਫੇਰੀਆਂ ਨਿਕਲਦੀਆਂ ਨੇ, ਨਗਰ ਕੀਰਤਨ ਨਿਕਲਦੇ ਨੇ, ਕੋਈ ਨਿਊਜ਼ ਚੈਨਲ ਵਾਲਾ ਮਾਈਕ ਲੈ ਕੇ ਸਰੋਤਿਆਂ ਦੇ ਸਾਹਮਣੇ ਆ ਜਾਏ ਤੇ ਪੁੱਛੇ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਬਾਰੇ ਕੋਈ ਦੱਸੋ, ਉਹਨਾਂ ਦੇ ਸਿਧਾਂਤ ਬਾਰੇ ਕੋਈ ਦੱਸੋ, ਤੇ ਮਾਫ ਕਰਨਾ, ਲੰਗਰ ਵੇਲੇ ਤੇ ਬੰਦਾ ਲੈਣਾ 'ਚ ਲੱਗਦਾ ਵੀ ਮੈਨੂੰ ਮਿਲ ਜਾਏ, ਮੈਨੂੰ ਮਿਲ ਜਾਏ, ਆਹ ਚੀਜ਼ ਮਿਲ ਜਾਏ। ਜਦੋਂ ਮਾਈਕ ਸਾਹਮਣੇ ਕਰੀਦਾ ਤਾਂ ਸਾਰੇ ਪਿਛਾਂਹ ਨੂੰ ਭੱਜਦੇ ਨੇ ਵੀ ਕਿਤੇ ਮੈਨੂੰ ਬੋਲਣਾ ਨਾ ਪੈ ਜਾਏ, ਮੇਰਾ ਜਲੂਸ ਨਾ ਨਿਕਲ ਜਾਏ। ਅੱਜ ਸ਼ੁਰੂ ਕਰੋ ਕਿ ਆਪਣੇ ਪਰਿਵਾਰਾਂ ਵਿੱਚ ਜਿਹੜੀ ਗੁਰਦੁਆਰੇ ਹੋਏ, ਸੋਝੀ ਪਾਏ ਸੀ, ਅਸੀਂ ਆਪਣੇ ਗੁਰਦੁਆਰੇ ਸੋਝੀ ਲੈਣ ਵਾਸਤੇ ਆਉਂਦੇ ਹਾਂ, ਗਿਆਨ ਲੈਣ ਵਾਸਤੇ ਆਉਂਦੇ ਹਾਂ, ਸਮਝ ਲੈਣ ਵਾਸਤੇ ਆਉਂਦੇ ਹਾਂ ਕਿ ਮੈਂ ਆਪਣੀ ਜ਼ਿੰਦਗੀ ਨੂੰ ਕਿੱਦਾਂ ਜਿਉਣਾ ਹੈ। ਸਾਡੇ ਵਾਸਤੇ ਤਾਂ ਸਦਾ ਹੀ ਗੁਰਪੁਰਬ ਹੈ, ਕਿਉਂਕਿ ਸਿੱਖ ਤੇ ਜਦੋਂ ਰੋਜ਼ ਵਿਸਾਖੀ ਸਾਲ 'ਚ 1 ਵਾਰ ਆਉਂਦੀ ਹੈ। ਭਾਈ ਗੁਰਦਾਸ ਜੀ ਨੇ ਆਖਿਆ, ਜਿਹਦੇ ਘਰ ਸਵੇਰੀ ਦਿਨ ਦੀ ਸ਼ੁਰੂਆਤ ਬਾਣੀ ਤੋਂ ਹੁੰਦੀ ਹੈ, ਰਾਤ ਸਮਾਪਤ ਬਾਣੀ ਤੋਂ ਹੁੰਦੀ ਹੈ, ਹਰ ਵਕਤ ਗੁਰਬਾਣੀ ਵਾਲਾ ਮਾਹੌਲ ਹੈ, ਉਹਨੂੰ ਸਾਲ ਬਾਅਦ ਵਿਸਾਖੀ ਡੀਕਣ ਦੀ ਲੋੜ ਨਹੀਂ। ਉਹਦੇ ਘਰ ਤੇ ਹਰ ਵਕਤ ਵਿਸਾਖੀ ਵਾਲਾ ਮਾਹੌਲ ਬਣਿਆ ਰਹਿੰਦਾ ਹੈ। ਘਰ ਘਰ ਅੰਦਰ ਹੋਵੇ ਕੀਰਤਨ। ਹੁਣ ਵਸੋਆ ਵਿਸਾਖੀ ਸਾਲ 'ਚ 1 ਵਾਰ ਆਉਂਦੀ ਹੈ, ਹਰ ਚਿਹਰੇ ਤੇ ਰੌਣਕ ਲੈ ਕੇ ਆਉਂਦੀ ਹੈ। ਜਿੱਥੇ ਕਿਸਾਨ ਦੇ ਚਿਹਰੇ ਤੇ ਰੌਣਕ ਆਉਂਦੀ ਹੈ, 4 ਮਣ ਦਾਣੇ ਆ, ਉੱਥੇ ਨਾਲ ਆੜਤੀਏ ਦੇ, ਜਿਹੜਾ ਮੰਡੀ ਦੇ ਵਿੱਚ ਬੈਠਾ ਆੜਤੀਆ ਹੈ, ਉਹਦੇ ਵੀ ਚਿਹਰੇ ਤੇ ਰੌਣਕ ਆਉਂਦੀ ਆ, ਕਿਉਂਕਿ ਕਿਸਾਨ ਨੇ ਉਹਦੇ ਕੋਲੋਂ ਕਰਜ਼ਾ ਲੈ ਕੇ ਖਾਦ ਪਾਈ ਹੈ, ਕਰਜ਼ਾ ਲੈ ਕੇ ਉਹਦੇ ਕੋਲੋਂ ਜੋ ਦਵਾਈਆਂ ਪਾਈਆਂ ਨੇ, ਉਹਨੂੰ ਅੱਜ ਉਮੀਦ ਹੈ
कि जो मेरे को तेल दे पैसे जो खर्चा इन्हें अज पैसा चुकिया है हुण इहदे घर 4 मन दाने आए ने, मैनू वो पैसे हुण वापस मिल जाने ने। कल्ला जिमीदार ते किसान खुश नहीं हुंदा, दुकानां वाले भी खुश हुंदे ने। कोई पुत्र दा विआह करू, कपड़ा विकेगा, किसी दा सोना विकेगा, कोई घर बनाएगा, इट्टां विकणगियां, सरिया सीमेंट बजरी विकेगी, ट्रांसपोर्ट ट्रक खलोते सी, एक मंडी तो दूजे शहर समान जाएगा। एक किसान दी जिनस नाल किन्ना कुछ जुड़िया होया है, ते चेहरे ते रौनक आउंदी आ ना। ते भाई गुरदास जी कहते विसाखी आनी साल च एक बार, 365 दिन ने, एक दिन आएगी ना। पर जे बंदे तेरे हथ वस आ कि तू बाकी 364 दिन जेड़े आ विसाखी वाला माहौल बना सकदा, पर कदों घर घर अंदर धर्मसाल होवे कीर्तन, अपने घर नूं धर्मशाला बना ला, यानी कि उत्थे चंगियां विचारां होण, गुरु का उपदेश होवे, गुरु की विचार होवे। जिवें असीं गुरुद्वारे एक शब्द नहीं बोलते, मैं गुरुद्वारे जाना मेरे मन नूं शांति आ जाती है, इसदा मतलब तू मनदा है ना तेरे घर शांति है नहीं, तू मनदा ना तेरे घर टिका है नहीं। चाहिए तो असी तू जिथे बवे उत्थे शांति ते टिका होवे, तू जिथे तेरी तू दुकान ते बैठा होवे उत्थे, क्योंकि शांति समान च नहीं है, शांति पदार्थां च नहीं है, शांति तेरे संस्कारां च होनी चाहिए है, तेरे विहार च होनी चाहिए है। तो गुरु नानक साहब का वाक पढ़िया 1171 नंबर अंक ते बसंत राग का शब्द है। रहाऊ का बंद है स्वामी पंडिता देवोमती। हुण शब्द वरत्या पंडित। हुण कल नूं कोई बंदा सोचे सिर्फ इत्थे किसी पंडित वास्ते शब्द नहीं, इत्थे हर उस बंदे उत्ते शब्द ढुकदा है जिहड़ा दावा करदा कि मैनूं धर्म का बड़ा पता है, भावें वो पग वाला, भावें वो बोधी वाला, भावें वो जोगी होवे, भावें किसी मजहब नाल संबंधित होवे, जिहड़ा भी अपने आप को विद्वान सियाणा सूझवान समझदा है। ये पंडित शब्द कॉमन शब्द है, साझा शब्द है। जिवें कुछ शब्द साझे हुंदे ने जिहड़े, क्योंकि बाणी काव रूप च, जिवें लोहार शब्द वरतिया गुरु नानक साहब ने, कह हाँ कंचन टुटे सार अग्नि गंढ पाए लोहार। हुण लोहार कहंदे सिर्फ लोहे का काम करने वाले नूं, पर उत्थे ते कहंदे भांडे की गल भी कीती, उत्थे सोने की गल भी कीती है। उत्थे शब्द आएगा कॉमन साझा, लोहार मीनिंग कारीगर, भावें वो सोने का काम करने वाला है, भावें कहते बर्तन नूं टंका लाउण वाला है, ते भावें वो लोहे नूं जोड़न वाला है। उत्थे शब्द साझा आएगा लोहार मीनिंग कारीगर। इत्थे भी शब्द साझा आ गया पंडित। पंडित शब्द साझा है, भावें वो पग वाला है, भावें गोड़ परने वाला है, भावें कोई बोधी वाला है, भावें कोई धोती वाला है, ईवन इत्थों तक कोई कशहरे वाला भी क्यों ना होवे, कोई किसी मजहब नाल संबंधित होवे, शब्द साझा है। जदों तक असी अपने गुरु के इस मैसेज नूं सुनेहे नूं बैठ के विचारदे नहीं, किद्दां समझांगे साडे गुरु ने की किया। हुण गुरु नानक साहब जी कहंदे स्वामी पंडिता देवोमती, हे स्वामी, क्योंकि अपने आप को जिन्ने भी धार्मिक लोग ने वो अपने आप को किसी स्वामी रहबर नालों घट नहीं मानते, इसे करके तो लोग उन्होंने पैरों ते मत्थे टेकते हैं। जिहड़ा अपने आप को धार्मिक कहता उसकी उम्र होवे 25 साल, तो 70 साल का बंदा भी उसदे अगे सिर झुकाउंदा है, ਉਹਦੇ गाड़ी सिर झुकाउंदा भी ये कोई पुग्या होया है जी, ਇਹਦੀ कोई पहुँच है, ये कोई बड़ा अल्लाह ना रब ना वैगुरू ना ये जुड़िया होया है। हुण पातशाह जी कहते ने स्वामी पंडिता देवोमती किन बिद पावो प्राणपति। कहते अपने आप को पंडित ज्ञानी मौलवी काजी, मैं साझा शब्द वरत रहा, जोगी, जिन्ने भी धार्मिक चीज़ ने, तू अपने आप को बड़ा सियाणा खवाना, समाज नूं मत पता के दे किन बिद पावों प्राणपति, किहड़े तरीके नाल ओह प्राणां दे पति की प्राप्ति हुंदी है, किदां मनुख सचियारा बनता है, ये मत दे। तू तो मत्तां होर देई जाना कि इत्थे इशनान करोगे आ मिलेगा, आ दान करो आ मिलेगा, फलाने थां ते आ करो ते आ मिलेगा। अज इहो कुछ हो रहा, कोई सानू अपने कर्म बदलने लई ते कह नहीं रहा। सानू क्या जा रहा तेरे सिर ते बड़ावा ने, तेरे सिर ते फलाना ग्रह है, उहदा तेरे ते प्रभाव है, तू आ उपा करा, तेरे घर दे मसले हल हो जाणगे। पातशाह जी कहते हैं स्वामी पंडिता देवोमती, ओ मत दे किन बिद पावों प्राणपति, केड़ा बिद है, केड़ा तरीका है, केड़ी जुगत है, केड़ी वो सिक्ख्या है जिहदे नाल मैं प्राणा दे पति की प्राप्ति कर सकां। ते कारण दसिया, कहते राजा बालक नगरी काची। राजा बालक जिमें किसी देश का राजा हुंदा है, आ जिहड़ा अपना शरीर है ना,
ਇੱਕ ਦੇਸ਼ ਹੈ, ਇਹਦਾ ਰਾਜਾ ਕੌਣ ਹੈ? ਸਾਡਾ ਮਨ। ਹੁਣ ਜਿਵੇਂ ਆਪਾਂ ਗੁਰਦੁਆਰੇ ਆਏ ਆ, ਸਾਨੂੰ ਗੁਰਦੁਆਰੇ ਕੌਣ ਲੈ ਕੇ ਆਇਆ? ਸਾਡਾ ਮਨ ਲੈ ਕੇ ਆਇਆ। ਸਾਡਾ ਮਨ ਇਸ ਨਗਰੀ ਦਾ ਰਾਜਾ ਹੈ। ਜਦੋਂ ਵੀ ਤੁਸੀਂ ਕਿਸੇ ਬੰਦੇ ਪ੍ਰਤੀ ਚੰਗਾ ਸੋਚਦੇ ਹੋ, ਤੁਹਾਡਾ ਮਨ ਤੁਹਾਨੂੰ ਚੰਗਾ ਸੋਚਣ ਲਈ ਕਹਿੰਦਾ। ਤੁਹਾਡੇ ਕਿਸੇ ਬੰਦੇ ਪ੍ਰਤੀ ਵਿਚਾਰ ਮਾੜੇ ਹੋ ਜਾਂਦੇ ਨੇ, ਤੁਹਾਡਾ ਮਨ ਤੁਹਾਨੂੰ ਉਹਦੇ ਪ੍ਰਤੀ ਮਾੜਾ ਸੋਚਣ ਲਈ ਕਹਿੰਦਾ। ਤੁਸੀਂ ਉੱਦਾਂ ਦੇ ਖੋ ਜਾਂਦੇ ਹੋ, ਉੱਦਾਂ ਦੀ ਦੁਨੀਆ 'ਚ ਤੁਹਾਨੂੰ ਮਨ ਲੈ ਜਾਂਦਾ। ਹੁਣ ਇੱਥੇ ਸ਼ਬਦ ਵਰਤਿਆ ਰਾਜਾ ਬਾਲਕ ਹੈ। ਜਿਹੜਾ ਰਾਜਾ ਹੈ ਉਹ ਬਾਲਕ ਹੈ। ਬਾਲਕ ਹੁੰਦਾ, ਹੁਣ ਬੱਚੇ ਬਾਰੇ ਇੱਕ ਆਪਾਂ ਸ਼ਬਦ ਨਹੀਂ ਬੋਲਦੇ। ਕਦੀ ਆਪਾਂ ਕਿਸੇ ਸਿਆਣੇ ਨੂੰ ਕਿਹਾ ਐਵੇਂ ਨਾ ਕਿਸੇ ਦੀਆਂ ਗੱਲਾਂ 'ਚ ਆ ਜੀ, ਤੈਨੂੰ ਕੋਈ ਨਾਲ ਨਾ ਲੈ ਜੇ। ਹਮੇਸ਼ਾ ਆਪਾਂ ਜਵਾਕ ਨੂੰ ਕਹਿੰਦੇ ਪੁੱਤ ਸਕੂਲੋਂ ਆਉਣਾ ਸਿੱਧਾ ਘਰ ਆਈ, ਕਿਉਂਕਿ ਅੱਜ ਕੱਲ੍ਹ ਬੱਚੇ ਚੱਕਣ ਵਾਲਾ ਗਰੋਹ ਵੀ ਚੱਲਿਆ ਫਿਰਦਾ। ਐਵੇਂ ਤੈਨੂੰ ਕੋਈ ਕਹਿ ਦੇਵੇ ਤੇਰੇ ਡੈਡੀ ਨੇ ਮੈਨੂੰ ਭੇਜਿਆ, ਅੰਕਲ ਨੇ ਭੇਜਿਆ ਮੈਨੂੰ, ਤੇ ਐਵੇਂ ਪੁੱਤਰ ਕਿਸੇ ਦੀਆਂ ਗੱਲਾਂ 'ਚ ਨਾ ਆਈ। ਆਪਾਂ ਬੱਚੇ ਨੂੰ ਕਹਿੰਦੇ ਆ ਵੀ ਬੱਚਾ ਕਿਸੇ ਦੀਆਂ ਗੱਲਾਂ 'ਚ ਆ ਸਕਦਾ, ਪਰ ਸਿਆਣੇ ਨੂੰ ਆਪਾਂ ਕਦੀ ਕਿਹਾ? ਘਰੋਂ ਪਾਪਾ ਜੀ ਜਾਣ ਲੱਗੇ ਹੋਣ, ਘਰੋਂ ਬੀਬੀ ਜੀ ਜਾਣ ਲੱਗੇ ਹੋਣ, ਘਰੋਂ ਸਰਦਾਰ ਜੀ ਘਰੋਂ ਜਾਣ ਲੱਗੇ ਹੋਣ, ਘਰੋਂ ਸਾਡਾ ਕੋਈ ਭਰਾ ਭੈਣ, ਸਾਡੀ ਜਵਾਨ ਭੈਣ ਜਾਣ ਲੱਗੀ ਹੋਵੇ 20-25 ਸਾਲ ਦੀ, ਉਹਨੂੰ ਆਪਾਂ ਕਦੀ ਕਿਹਾ? ਉਹਨੂੰ ਪਤਾ ਵੀ ਹੁਣ ਇਹ ਮਚੋਰ ਹੈ, ਸਿਆਣੀ ਹੈ, ਇਹਨੂੰ ਆਪਣੇ ਚੰਗੇ ਮਾੜੇ ਦਾ ਪਤਾ ਹੈ। ਪਰ ਆਪਾਂ ਹਮੇਸ਼ਾ ਬਾਲਕ ਬਾਰੇ ਸ਼ਬਦ ਬੋਲਦੇ ਹਾਂ, ਪੁੱਤਰ ਧਿਆਨ ਨਾਲ ਜਾਈਂ, ਤੈਨੂੰ ਕੋਈ ਆਪਣੀਆਂ ਗੱਲਾਂ 'ਚ ਲਾ ਕੇ ਆਪਣੇ ਪਿੱਛੇ ਨਾ ਲੈ ਜੇ। ਇੱਥੇ ਹੈਗਾ ਰਾਜਾ ਵਾ, ਪਰ ਹੈਗਾ ਬਾਲਕ ਹੈ। ਹੈਗਾ ਰਾਜਾ ਵਾ, ਪਰ ਰਾਜਾ ਬਾਲਕ ਵਾ। ਤੇ ਕਮਾਲ ਦੀ ਗੱਲ ਤੁਸੀਂ ਵੇਖੋ, ਰਾਜਾ ਬਾਲਕ ਹੋਣ ਕਰਕੇ ਜਿਹਨੇ ਲਾਈ ਗੱਲੀ ਉਸੇ ਨਾਲ ਉੱਠ ਚੱਲੀ। ਜਿੱਦਾਂ ਦੇ ਸਾਨੂੰ ਕੋਈ ਗੱਲਾਂ ਦੱਸੀ ਜਾਂਦਾ ਅਸੀਂ ਉੱਦਾਂ ਦੀਆਂ ਮੰਨੀ ਜਾਂਦੇ ਹਾਂ। ਹੁਣ ਸਿੱਖਿਆ ਤੇ ਇਹ ਦੇਣੀ ਸੀ ਕਿ ਇਹਨੂੰ ਬਾਲਕ ਪੁਣੇ ਤੋਂ ਮਚੋਰ ਬਣਾਉਣਾ। ਇਹ ਜਿਹੜਾ ਨਿਆਣਾ ਮਨ ਹੈ ਨਾ, ਇਹਨੂੰ ਸਿਆਣਾ ਮਨ ਬਣਾਉਣਾ। ਇਹਨੂੰ ਇੰਨਾ ਸੂਝਵਾਨ ਬਣਾਉਣਾ ਕਿ ਜਿਹੜੀ ਗੱਲ ਭਾਈ ਗੁਰਦਾਸ ਜੀ ਨੇ ਲਿਖੀ ਹੈ, ਗੁਰ ਸਿੱਖੀ ਗੁਰਸਿੱਖ ਸੁਣ ਅੰਦਰੋਂ ਸਿਆਣਾ ਬਾਹਰੋਂ ਭੋਲਾ। ਗੁਰ ਸਿੱਖੀ, ਸਾਰੇ ਬੋਲੋ ਜੀ, ਗੁਰ ਸਿੱਖੀ ਗੁਰਸਿੱਖ ਸੁਣ ਅੰਦਰੋਂ ਸਿਆਣਾ ਬਾਹਰੋਂ ਭੋਲਾ। ਗੁਰੂ ਦਾ ਸਿੱਖ ਗੁਰੂ ਦੀ ਸਿੱਖਿਆ ਸੁਣ ਕੇ ਅੰਦਰੋਂ ਤੇ ਬਣ ਜਾ ਸਿਆਣਾ, ਤੇ ਬਾਹਰੋਂ ਵੇਖਣ ਨੂੰ ਲੱਗੇ ਇਹਨੂੰ ਕੱਖ ਵੀ ਨਹੀਂ ਪਤਾ। ਤੇ ਜਦੋਂ ਨਾ ਵਾਹ ਪਵੇ ਕਵੇ ਬਹੁਤ ਇੰਟੈਲੀਜੈਂਟ ਬੰਦਾ ਬਈ, ਐਵੇਂ ਨਹੀਂ ਇਹਨੂੰ ਕੋਈ ਮਗਰ ਲਾ ਕੇ ਲੈ ਜਾਓ। ਅੱਜ ਕੰਮ ਉਲਟ ਹੋ ਗਿਆ, ਬਾਹਰੋਂ ਵੇਖਣ ਨੂੰ ਲੱਗਦਾ, ਉੱਚੀ ਬੋਲੋ ਹੁਣ, ਤੇ ਅੰਦਰੋਂ ਪਤਾ ਹੀ ਕੱਖ ਨਹੀਂ। ਸਿੱਧਾ ਕਹੋ ਵੀ ਅੰਦਰੋਂ ਪਤਾ ਹੀ ਕੱਖ ਨਹੀਂ। ਅਗਲਾ ਸਿਆਣਾ ਸਮਝ ਕੇ ਸਾਹਮਣੇ ਮੈਂ ਕਰ ਦਿੰਦਾ, ਤੇ ਬੰਦਾ ਬਾਂਹ ਛੜਾ ਕੇ ਬਾਹਰ ਨੂੰ ਭੱਜਦਾ, ਕਹਿੰਦਾ ਮੈਨੂੰ ਇਹਦੇ ਬਾਰੇ ਨਹੀਂ ਪਤਾ। ਸੱਚਾਈ ਹੈ। ਅੱਜ ਵਜ੍ਹਾ ਇਹ ਹੈ ਕਿ ਅਸੀਂ ਆਪਣੇ ਵਿਰਸੇ ਨੂੰ, ਆਪਣੇ ਇਤਿਹਾਸ ਨੂੰ, ਆਪਣੀ ਸੱਭਿਅਤਾ ਨੂੰ ਪੜ੍ਹਨ ਵਿਚਾਰਨ ਦੀ ਕੋਸ਼ਿਸ਼ ਨਹੀਂ ਕੀਤੀ। ਮੈਨੂੰ ਪਤਾ ਇਹ ਗੱਲਾਂ ਸਾਰਿਆਂ ਨੂੰ ਹਜਮ ਨਹੀਂ ਹੁੰਦੀਆਂ, ਕਿਉਂਕਿ ਇਨਸਾਨ ਕਦੀ ਵੀ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ ਹੈ। ਬੱਚਾ ਕਹਿੰਦੇ ਨਾ ਕਿਤੇ ਡੈਡੀ ਆਹ ਗੱਲ ਤੁਸੀਂ ਇੱਦਾਂ ਪੜ੍ਹੀ ਹੈ, ਸਿਆਣਾ ਡੈਡੀ ਜਿਹੜਾ ਹੋਏਗਾ ਨਾ ਉਹ ਕਹੇਗਾ ਪੁੱਤਰ ਬਿਲਕੁਲ ਤੂੰ ਸਹੀ ਹੈ, ਇੱਥੇ ਮੈਂ ਰਹੂੰਗਾ। ਤੇ ਉਹਦੇ 'ਚ ਬਾਪ ਦਾ ਕੱਦ ਬੱਚੇ ਦੀ ਨਜ਼ਰਾਂ 'ਚ ਵੱਧ ਜਾਣਾ। ਤੇ ਜੇ ਝੂਠਾ ਅੜੀ ਗਏ, ਜਾਂ ਮਾਂ ਧੀ ਨੇ ਮਾਂ ਨੂੰ ਕਹਿਤਾ ਮੰਮੀ ਠੀਕ ਹੈ, ਦਾਦੀ ਜੀ ਠੀਕ ਹੈ, ਪਰ ਇੱਥੇ ਤੁਸੀਂ ਰਹੋਗੇ ਜੇ, ਆਹ ਗੱਲ ਇੱਦਾਂ ਨਹੀਂ ਇੱਦਾਂ ਹੈ। ਤੇ ਸਿਆਣੀ ਦਾਦੀ ਕਹੇਗੀ ਬੇਟਾ ਮੈਂ ਨਹੀਂ ਪੜ੍ਹਿਆ, ਤੂੰ ਪੜ੍ਹਿਆ ਹੈ, ਤੂੰ ਸੁਣਿਆ, ਤੂੰ ਸਮਝਿਆ ਹੈ, ਹਾਂ ਇੱਥੇ ਮੈਂ ਰਹੂੰਗਾ। ਉਹਦੇ ਨਾਲ ਦਾਦੀ ਦੀ, ਮਾਂ ਦੀ, ਆਪਣਿਆਂ ਬੱਚਿਆਂ ਦੀ ਨਜ਼ਰ 'ਚ ਇੱਜ਼ਤ ਹੋਰ ਵੱਧ ਜਾਣੀ ਹੈ। ਜੇ ਤੁਸੀਂ ਝੂਠੀ ਗੱਲ ਤੇ ਅੜੀ ਗਏ, ਉਹਦੇ ਨਾਲ ਗੱਲ ਤੇ ਉਹੀ ਰਹਿਣੀ ਹੈ, ਪਰ ਸਾਡੀ ਇੱਜ਼ਤ ਵਧਣ ਦੀ ਬਜਾਏ ਇੱਜ਼ਤ ਘਟ ਜਾਣੀ। ਕੋਈ ਹਰਜ ਨਹੀਂ, ਜ਼ਰੂਰੀ ਨਹੀਂ। ਜਿਹੜੀ ਮੱਤ ਦਾ, ਅਕਲ ਦਾ ਸੰਬੰਧ ਹੈ ਉਮਰ ਨਾਲ ਨਹੀਂ ਹੈ, ਨਾ ਜੀ ਨਾ। ਜੇ ਉਮਰ ਨਾਲ ਸੰਬੰਧ ਹੁੰਦਾ ਤੇ ਮੈਂ ਸੌਖੀ ਐਗਜ਼ਾਮਪਲ ਦੇਣ ਲੱਗਾ। ਜੇ ਉਮਰ ਨਾਲ ਸੰਬੰਧ ਹੁੰਦਾ, ਤੁਸੀਂ ਪੜ੍ਹੇ ਲਿਖੇ ਮੇਰੇ ਵੀਰ ਭੈਣਾਂ ਬਜ਼ੁਰਗ ਬੈਠੇ ਜੇ, ਕਾਰ ਚਲਾਉਣ ਦਾ ਵੀ, ਡਰਾਈਵਿੰਗ ਲਾਇਸੈਂਸ ਦੀ ਉਮਰ ਬਣਾਉਣ ਦਾ ਇੱਕ ਉਮਰ ਨਿਰਧਾਰਤ ਹੈ ਨਾ, ਵੀ ਇੰਨੀ ਉਮਰ ਤੋਂ ਪਹਿਲਾਂ ਲਾਇਸੈਂਸ ਨਹੀਂ ਬਣਦਾ। ਆਰਮੀ 'ਚ ਭਰਤੀ ਹੋਣ ਲਈ ਵੀ ਇੱਕ ਉਮਰ ਨਿਸ਼ਚਿਤ ਹੈ, ਵੀ ਇੰਨੀ ਉਮਰ ਤੋਂ ਪਹਿਲਾਂ ਆਰਮੀ 'ਚ ਬੰਦਾ ਭਰਤੀ ਨਹੀਂ ਹੋ ਸਕਦਾ। ਪਰ ਜਿਸ ਗੁਰੂ ਨਾਨਕ ਸਾਹਿਬ ਜੀ ਦੇ ਘਰ 'ਚ ਆਪਾਂ ਬੈਠੇ ਹਾਂ, ਇੱਥੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਮਹਾਰਾਜ ਕਿੰਨੀ ਏਜ ਦੇ ਸੀ ਜਦੋਂ ਗੁਰਤਾ ਗੱਦੀ ਤੇ ਬੈਠੇ ਜੀ? ਬੋਲ ਕੇ ਦੱਸਿਓ। ਤੇ ਬਾਬਾ ਫਤਿਹ ਸਿੰਘ ਦੀ ਕਿੰਨੀ ਉਮਰ ਸੀ? 7 ਸਾਲ। ਹੁਣ 7 ਸਾਲ ਦੇ ਬਾਬਾ ਫਤਿਹ ਸਿੰਘ ਸੂਬਾ ਸਰਹੰਦ ਮੁੱਖ ਮੰਤਰੀ ਦੇ ਅਹੁਦੇ ਤੇ ਹੈ। ਜਾਨੀ ਕਿ 7 ਸਾਲ ਦੇ ਬਾਬਾ ਫਤਿਹ ਸਿੰਘ ਨੂੰ 9 ਸਾਲ ਦੇ ਬਾਬਾ ਜ਼ੋਰਾਵਰ ਸਿੰਘ ਨੂੰ ਸੂਬੇ ਦੀ ਕਚਹਿਰੀ 'ਚ ਪੇਸ਼ ਕੀਤਾ ਗਿਆ। ਤੇ ਆਮ ਬੰਦਾ ਸਿਪਾਹੀ ਨਾਲ ਗੱਲ ਨਹੀਂ ਕਰ ਸਕਦਾ। ਕਿਉਂ ਸਾਧ ਸੰਗਤ ਜੀ? ਜਿਹੜਾ ਆਮ ਬੰਦਾ ਤਜਰਬਾਕਾਰ ਨਾ ਹੋਵੇ, ਉਹਦੀਆਂ ਸਿਪਾਹੀ ਦੇ ਸਾਹਮਣੇ ਲੱਤਾਂ ਕੰਬਣ ਲੱਗ ਪੈਂਦੀਆਂ। ਤੇ 7 ਹੁਣ ਮੰਨ ਲਓ ਕਿਤੇ ਸੀਐਮ ਆਇਆ ਹੋਵੇ,
ਤੇ ਉਹਦੇ ਸਾਹਮਣੇ ਤੁਸੀਂ 10-12 ਸਾਲ ਦੇ ਬੱਚੇ ਨੂੰ ਲੈ ਜਾਓ, ਗੱਲ ਨਾ ਕਰ ਪਾਵੇ। ਇਹਦਾ ਮਤਲਬ ਕਿੰਨੀ ਟ੍ਰੇਨਿੰਗ ਹੋਏਗੀ ਬਾਬਾ ਫਤਿਹ ਸਿੰਘ ਦੀ, ਕਿੰਨੇ ਮਚੋਰ, ਹੁਣ ਉਮਰ ਤੋਂ ਵੱਧ ਕਿੰਨੇ ਸਿਆਣੇ ਹੋਣਗੇ ਉਹ। ਵੀ ਏਜ 7 ਸਾਲ ਦੀ ਹੈ ਪਰ ਅੰਦਰੋਂ ਕਿੰਨੇ ਮਚੋਰ ਹੋਣਗੇ, ਕਿੰਨੇ ਸਿਆਣੇ ਹੋਣਗੇ। ਤੇ ਆਮ ਕਈ ਵਾਰੀ ਬੰਦਾ 70 80 50 60 70 ਸਾਲ ਦਾ ਵੀ ਹੋਵੇ, ਕਈ ਵਾਰੀ ਨਿਆਣੇ ਕਹਿੰਦੇ ਤੁਸੀਂ ਐਵੇਂ ਨਾ ਕੋਈ ਗੱਲ ਕਰਿਓ, ਤੁਹਾਡੇ ਕੋਲੋਂ ਗੱਲ ਗਲਤ ਨਿਕਲ ਜਾਣੀ। ਰਿਸ਼ਤੇ ਵਾਲੇ ਆਏ ਆ, ਤੁਸੀਂ ਹਿਸਾਬ ਨਾਲ ਬੋਲਿਓ, ਵੀ ਚੁੱਪ ਕੀਤੇ ਰਹੋ, ਕੋਈ ਗੱਲ ਕਰੋਗੇ ਤੇ ਗੱਲ ਉਸ ਦੂਜੇ ਬੰਨੇ ਚੱਲ ਜਾਣੀ ਹੈ। ਉਮਰ ਦਾ ਸੰਬੰਧ, ਸਿਆਣਪ ਦਾ ਸੰਬੰਧ ਬੰਦੇ ਦੀ ਉਮਰ ਨਾਲ ਨਹੀਂ ਹੈ। ਇਹ ਕਿਤੇ ਪੋਤਰੀ ਵੀ ਸਿਆਣੀ ਹੋ ਸਕਦੀ ਹੈ, ਕਿਤੇ ਦਾਦੀ ਵੀ ਸਿਆਣੀ ਹੋ ਸਕਦੀ ਹੈ। ਹੁਣ ਘਰਾਂ 'ਚ ਬਜ਼ੁਰਗ ਬੈਠੇ ਹੁੰਦੇ ਨੇ, ਕਈ ਵਾਰੀ ਕੋਈ ਇਹੋ ਜਿਹੀ ਤਜਰਬੇ ਵਿੱਚੋਂ ਗੱਲ ਦੱਸਦੇ ਆ ਵੱਡ ਵਡੇਰੇ ਕਿ ਪੁੱਤਰ ਠੀਕ ਹੈ ਤੁਸੀਂ ਪੜ੍ਹੇ ਲਿਖੇ ਜੇ, ਪਰ ਸਾਡਾ ਤਜਰਬਾ ਇਹ ਹੈ। ਪਰ ਨਾਲ ਇਹ ਵੀ ਮੰਨ ਕੇ ਪੈਣਾ ਕਿ ਜੇ ਮੈਂ ਸਿਆਣੀ ਉਮਰ ਦੇ ਨਾਲ ਤੇ ਮੇਰੀ ਧੀ ਦੇ ਕੋਲ ਐਜੂਕੇਸ਼ਨ ਹੈ, ਹੋ ਸਕਦਾ ਇਹਨੇ ਵੀ ਕੋਈ ਆਪਣੇ ਤਜਰਬੇ 'ਚੋਂ ਗੱਲ ਕੀਤੀ ਹੋਵੇ। ਤੇ ਭਾਈ ਗੁਰਦਾਸ ਜੀ ਤੇ ਸ਼ਬਦ ਵਰਤ ਰਹੇ ਨੇ, ਗੁਰ ਸਿੱਖੀ ਗੁਰ ਸਿੱਖ ਸੁਣ, ਗੁਰੂ ਦਾ ਸਿੱਖ ਗੁਰੂ ਦੀ ਸਿੱਖਿਆ ਸੁਣ ਕੇ ਅੰਦਰੋਂ ਸਿਆਣਾ ਬਾਹਰੋਂ ਭੋਲਾ। ਬਾਹਰੋਂ ਭੋਲੇ ਦਾ ਭਾਵ ਹੈ ਬਾਹਰੋਂ ਇੰਜ ਦੁਨੀਆ 'ਚ ਰਹਿੰਦਾ ਜਿਵੇਂ ਇਹਨੂੰ ਕੁਝ ਨਹੀਂ ਪਤਾ, ਪਰ ਅੰਦਰੋਂ ਬੜਾ ਸਿਆਣਾ ਹੈ, ਅੰਦਰੋਂ ਮਚੋਰ ਹੈ, ਅੰਦਰੋਂ ਬਹੁਤ ਸਿਆਣਾ ਹੈ, ਇਹਨੂੰ ਹਰ ਨਫੇ ਨੁਕਸਾਨ ਦਾ ਪਤਾ ਹੈ। ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਰਾਜਾ ਬਾਲਕ ਹੈ, ਇਹ ਮਨ ਰਾਜਾ ਬਾਲਕ ਹੈ, ਅਣਜਾਣ ਹੈ, ਇਹਨੂੰ ਪਤਾ ਨਹੀਂ। ਤੇ ਨਗਰੀ ਕਾਚੀ, ਆੜਾ ਸਰੀਰ ਕਿਲਾ ਇਹ ਕੱਚਾ ਵਾ। ਤੇ ਕਮਾਲ ਦੀ ਗੱਲ ਤੁਸੀਂ ਵੇਖੋ, ਦੁਸ਼ਟਾਂ ਨਾਲ ਪਿਆਰੋ, ਹੈਗਾ ਅਣਜਾਣ ਵਾ, ਕਿਲਾ ਕੱਚਾ ਵਾ। ਜੇ ਕਿਲਾ ਕੱਚਾ ਸੀ ਤੇ ਪਿਆਰ ਹੀ ਮਿੱਤਰਾਂ ਨਾਲ ਪਾ ਲੈਂਦਾ। ਕਹਿੰਦੇ ਪਿਆਰ ਦੁਸ਼ਮਣਾਂ ਨਾਲ ਪਾ ਕੇ ਬਹਿ ਗਿਆ। ਅੱਛਾ ਇੱਥੇ ਦੁਸ਼ਮਣ ਕਿਹੜੇ ਭਲਾ? ਕਾਮ, ਕ੍ਰੋਧ, ਸਾਰੇ ਬੋਲੋ ਲੋਭ, ਮੋਹ ਤੇ ਹੰਕਾਰ। ਸਾਡੇ ਮਨ ਦਾ ਤੇ ਮਿੱਤਰ ਕਿਹੜੇ ਆ? 7, ਸੰਤੋਖ, ਦਇਆ, ਧਰਮ ਤੇ ਧੀਰਜ। ਇਹ ਸਾਡੇ ਮਨ ਦੇ ਮਿੱਤਰ ਵਾ। ਤੇ ਦੁਸ਼ਮਣ ਕੌਣ ਆ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਹੁਣ ਮਨ ਨੂੰ ਲਾਲਚ ਨਾਲ ਵੱਧ ਪਿਆਰ ਹੈ ਕਿ ਸਬਰ ਨਾਲ ਵੱਧ ਪਿਆਰ ਹੈ? ਤੇ ਜਵਾਬ ਆਏਗਾ ਮਨ ਨੂੰ ਲਾਲਚ ਨਾਲ ਵੱਧ ਪਿਆਰ ਹੈ। ਮਨ ਨੂੰ ਲਾਲਚ ਨਾਲ ਹੀ ਪਿਆਰ ਹੈ, ਤਾਂ ਹੀ ਲਾਲਚ ਭਰਿਆ ਪਿਆ ਸਮਾਜ ਦੇ ਵਿੱਚ। ਬੰਦਾ ਕਿਸੇ ਨਾਲ ਹੱਥ ਵੀ ਮਿਲਾਉਂਦਾ ਹੈ ਤੇ ਬੰਦਾ ਇਹ ਸੋਚ ਕੇ ਮਿਲਾਉਂਦਾ, ਇਹਦੇ ਨਾਲ ਹੱਥ ਮਿਲਾਉਣ 'ਚ ਮੈਨੂੰ ਨਿੱਜੀ ਬੈਨੀਫਿਟ ਕੀ ਹੈ, ਇਹਦੇ ਨਾਲ ਰਿਸ਼ਤੇਦਾਰੀ ਬਣਾਉਣ 'ਚ ਮੈਨੂੰ ਲਾਭ ਕੀ ਹੋਏਗਾ। ਹੁਣ ਰਾਜਾ ਬਾਲਕ ਨਗਰੀ ਕਾਚੀ ਪਾਤਸ਼ਾਹ ਕਹਿੰਦੇ ਦੁਸ਼ਟਾਂ ਨਾਲ ਪਿਆਰੋ। ਪਿਆਰ ਦੁਸ਼ਮਣਾਂ ਨਾਲ ਪਾ ਲਿਆ, ਮਨ ਅਣਜਾਣ ਸੀ। ਕਹਿੰਦੇ ਦੋਏ ਮਾਈ, ਹੁਣ ਧਿਆਨ ਨਾਲ ਸੁਣਿਓ, ਸ਼ਬਦ ਦੀ ਵਿਚਾਰ ਬਹੁਤ ਇਕਾਗਰਤਾ ਮੰਗਦੀ ਹੈ। ਦੋਏ ਮਾਈ, ਸਾਡੇ ਮਨ ਦੀਆਂ 2 ਮਾਵਾਂ ਨੇ। ਸਾਡਾ ਸਰੀਰ ਹੈ, ਇਹ ਦੁਨੀਆ ਤੇ ਆਇਆ। ਆਪਾਂ ਜਿੰਨੇ ਵੀ ਬੈਠੇ ਸਾਨੂੰ ਕੋਈ ਪੁੱਛੇ ਸਾਡੇ ਮਾਤਾ ਦਾ ਕੀ ਨਾਮ ਹੈ, ਆਪਾਂ ਦੱਸਦੇ ਹਾਂ ਸਾਡੀ ਮਾਂ ਦਾ ਨਾਮ ਇਹ ਹੈ, ਸਾਡੇ ਪਿਤਾ ਦਾ ਨਾਮ ਇਹ ਹੈ, ਸਾਡੇ ਦਾਦਾ ਜੀ ਦਾ ਨਾਮ ਇਹ ਹੈ, ਸਾਡੀ ਦਾਦੀ ਜੀ ਦਾ ਨਾਮ ਇਹ ਹੈ, ਫਲਾਣਾ ਮੇਰਾ ਘਰ ਹੈ, ਫਲਾਣੇ ਏਰੀਏ 'ਚ ਮੈਂ ਰਹਿਣਾ। ਪਰ ਮਨ ਦੀਆਂ 2 ਮਾਵਾਂ ਨੇ, ਦੋਏ ਮਾਈ, ਦੋਏ ਬਾਪ, ਆਪਣੇ 2 ਹੀ ਇਸ ਮਨ ਦੇ ਪਿਓ ਨੇ। ਅੱਛਾ ਇਹਨਾਂ ਵਿੱਚੋਂ ਇੱਕ ਮਾਂ ਨੂੰ ਚੁਣਨਾ, ਇੱਕ ਪਿਓ ਨੂੰ ਚੁਣਨਾ, ਇਹ ਮਰਜ਼ੀ ਹੁਣ ਮੇਰੀ ਹੈ। ਜਿਹਨੂੰ ਲੋਕ ਕਹਿੰਦੇ ਆ ਨਾ ਵੀ ਕਰਮ ਕੀ ਆ, ਇੱਥੋਂ ਸ਼ੁਰੂ ਹੁੰਦੇ ਨੇ ਕਰਮ। ਕਰਮ ਫਿਲਾਸਫੀ ਇੱਥੋਂ ਸ਼ੁਰੂ ਹੁੰਦੀ ਹੈ। ਹੁਣ ਮੈਂ ਕਿਹੜੀ ਮਾਂ ਦੀ ਕੁੱਖ ਤੋਂ ਜਨਮ ਲੈਣਾ ਸੀ, ਇਹ ਮੇਰਾ ਫੈਸਲਾ ਤਾਂ ਨਹੀਂ ਸੀ, ਆਪਣਾ ਕਿਸੇ ਦਾ ਫੈਸਲਾ ਸੀ ਕਿ ਮੈਂ ਕਿਹੜੀ ਮਾਂ ਦੀ ਕੁੱਖ ਤੋਂ ਜਨਮ ਲੈਣਾ ਚਾਹੁੰਦਾ, ਮੈਂ ਕਿਹੜੇ ਬਾਪ ਦੇ ਘਰ ਜਨਮ ਲੈਣਾ ਚਾਹੁੰਦਾ। ਕੀ ਸਾਨੂੰ ਰੱਬ ਨੇ ਪੁੱਛਿਆ? ਸਾਧ ਸੰਗਤ ਜੀ ਨਹੀਂ ਪੁੱਛਿਆ। ਪਰ ਮਨ ਦੀ ਕਿਹੜੀ ਮਾਂ ਬਣਾਉਣੀ ਹੈ, ਮਨ ਦਾ ਕਿਹੜਾ ਬਾਪ ਬਣਾਉਣਾ, ਇਹ ਡਿਸੀਜਨ ਤੇਰਾ ਹੈ, ਇਹ ਫੈਸਲਾ ਤੇਰਾ। ਹੁਣ ਕਿੱਦਾਂ? ਇੱਕ ਹੈ ਇਸ ਮਨ ਦੀ ਮਾਂ, ਗੁਰੂ ਵੱਲੋਂ ਦਿੱਤੀ ਹੋਈ ਮੱਤ, ਜਿਹਨੂੰ ਬਣ ਲਿਖਿਆ ਮਾਤਾ ਮੱਤ। ਗੌੜੀ ਰਾਗ ਦਾ ਸ਼ਬਦ ਹੈ, 152 ਨੰਬਰ ਅੰਕ ਹੈ ਗੁਰੂ ਨਾਨਕ ਸਾਹਿਬ ਜੀ ਦਾ। ਮਾਤਾ, ਸਾਰੇ ਬੋਲੋ ਜੀ, ਮਾਤਾ ਮੱਤ। ਗੁਰੂ ਵੱਲੋਂ ਦਿੱਤੀ ਹੋਈ ਮੱਤ ਇਸ ਮਨ ਦੀ ਮਾਂ ਹੈ। ਇੱਕ ਮੱਤ ਹੋਰ ਹੈ, ਕਿਹੜੀ? ਅਗਿਆਨਤਾ, ਅਵਿਦਿਆ, ਬੇਸਮਝੀ, ਜਿਹਨੂੰ ਆਪਾਂ ਅਗਿਆਨਤਾ ਕਹਿੰਦੇ ਆ। ਇੱਕ ਮਨ ਦੀ ਭੈੜੀ ਮੱਤ ਹੈ, ਇੱਕ ਗੁਰੂ ਵੱਲੋਂ ਦਿੱਤੀ ਹੋਈ ਮੱਤ ਹੈ। ਹੁਣ ਮੈਂ ਮਨ ਦੀ ਭੈੜੀ ਮੱਤ ਦੀ ਗੋਦ ਵਿੱਚ ਮਨ ਨੂੰ ਪਾਲਣਾ ਹੈ ਕਿ ਗੁਰੂ ਵੱਲੋਂ ਦਿੱਤੀ ਹੋਈ ਸ੍ਰੇਸ਼ਟ ਮੱਤ ਦੀ ਗੋਦ ਵਿੱਚ ਮਨ ਨੂੰ ਪਾਲਣਾ? ਇਹ ਫੈਸਲਾ ਹੁਣ ਮੇਰਾ ਆਪਣਾ ਹੈ। 2 ਬਾਪ ਨੇ, ਕਿਹੜੇ? ਇੱਕ ਤੂੰ ਸਾਂਝਾ ਸਾਹਿਬ ਬਾਪ ਹਮਾਰਾ, एक पिता तू मेरा गुर हाई है। क्या बात है। जिन्हें शब्दों में पढ़ी है ना, एक बार बंदे के अंदर
ਇੰਨਾ ਪਿਆਰ ਆਉਂਦਾ। ਉਹ ਹੈ ਦੁਨੀਆ ਤੇ ਇਸ ਮੁਕਾਬਲੇ ਦਾ ਕੋਈ ਗਿਆਨ ਜਿਹੜਾ ਕਹਿੰਦਾ ਹੋਵੇ ਪੂਰੀ ਦੁਨੀਆ ਦੇ ਮਨੁੱਖਾਂ ਨੂੰ ਕਹਿੰਦਾ ਹੋਵੇ ਸਾਡਾ ਪਿਓ ਇੱਕੋ ਹੀ ਹੈ। ਇੱਥੇ ਵੰਡ ਪਾਈ ਹੋਈ ਸੀ, ਤੂੰ ਉੱਚਾ ਤੂੰ ਨੀਵਾਂ, ਮੈਂ ਵੱਡਾ ਤੂੰ ਛੋਟਾ, ਇਦਾਂ ਹੀ ਹੈ। ਤੂੰ ਮੈਨੂੰ ਹੱਥ ਨਾਲ ਲਾਈ ਪਿੱਟਿਆ ਗਿਆ। ਇੱਥੇ ਸਤਿਗੁਰੂ ਜੀ ਕਹਿੰਦੇ ਏਕ ਪਿਤਾ। ਹੁਣ ਇਹ ਕਿਹਦਾ ਪਿਓ ਇੱਕ ਹੈ? ਮਨ ਦਾ, ਤਨ ਦੀ ਗੱਲ ਨਹੀਂ ਹੋ ਰਹੀ ਇੱਥੇ। ਤਨ ਦੇ ਬਾਪ ਸਾਰਿਆਂ ਦੇ ਅਲੱਗ ਅਲੱਗ ਨੇ, ਮਾਵਾਂ ਅਲੱਗ ਅਲੱਗ ਨੇ, ਪਰ ਇੱਥੇ ਮਨ ਦਾ ਬਾਪ ਇੱਕੋ ਹੀ ਹੈ। ਏਕ ਪਿਤਾ ਤੂੰ ਮੇਰਾ, ਤਾਂ ਹੀ ਆਖਿਆ ਤੂੰ ਮੇਰਾ ਭਰਾ ਹੈ। ਆਪਾਂ ਭਰਾ ਭਰਾ ਵਾਂ, ਤਾਂ ਹੀ ਤੇ ਆਪਾਂ ਸੰਗਤ 'ਚ ਬੈਠੇ ਹਾਂ। ਭੈਣੋ, ਸਿਰ ਝੁਕਦਾ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚ। ਦੁਨੀਆ ਅੰਦਰ ਔਰਤ ਨਾਲ ਜੇ ਕਿਸੇ ਨੇ ਇਨਸਾਫ ਕੀਤਾ ਤੇ ਗੁਰੂ ਨਾਨਕ ਸਾਹਿਬ ਨੇ ਕੀਤਾ। ਵੱਡੇ ਵੱਡੇ ਰਹਿਬਰ ਇੱਥੇ ਫੇਲ ਹੋ ਗਏ ਜਿੱਥੇ ਔਰਤ ਵਿੱਚ ਕਿਤੇ ਨਾ ਕਿਤੇ ਕਿਸੇ ਨੇ ਕਮੀ ਮੰਨੀ ਹੈ, ਕਿਸੇ ਨਾ ਕਿਤੇ ਪੱਖੋਂ ਨੂੰ ਕਮਜ਼ੋਰ ਮੰਨਿਆ। ਪਰ ਸਿਰ ਝੁਕਦਾ ਗੁਰੂ ਨਾਨਕ ਸਾਹਿਬ ਜੀ ਤੁਹਾਡੇ ਅੱਗੇ, ਜਿਨ੍ਹਾਂ ਆਖਿਆ ਸੋ ਕੋ ਮੰਦਾ ਕੀ ਹੈ ਜਿੱਤ ਜੰਮੈ ਰਾਜ। ਕਿਉਂ ਮੰਦਾ ਕਹਿੰਦੇ ਉਹਨੂੰ? ਇਹੋ ਵਜ੍ਹਾ ਸੀ ਜਦੋਂ ਸਮਾਜ ਵਿੱਚ, ਭਾਰਤ ਵਿੱਚ ਹਰ ਮਾਂ ਚਾਹੁੰਦੀ ਸੀ ਮੇਰੇ ਘਰ ਕੋਈ 2 ਪੁੱਤਰ ਪੈਦਾ ਹੋਣ, 3 ਪੁੱਤਰ ਪੈਦਾ ਹੋਣ, ਉਹਨੂੰ ਮੈਂ ਸਿੱਖ ਬਣਾਵਾਂ, ਅਸੀਂ ਹੌਲੀ ਹੌਲੀ ਇਸ ਦਲਦਲ ਚੋਂ ਨਿਕਲ ਕੇ ਅਸੀਂ ਵੀ ਆਜ਼ਾਦੀ ਦਾ ਨਿੱਘ ਮਾਣ ਸਕੀਏ। ਦੁਨੀਆ ਤੇ ਲੋਹੇ ਨੂੰ ਪੌਲਿਸ਼ ਕਰ ਕਰਕੇ ਨਾ ਗਹਿਣੇ ਬਣਾ ਬਣਾ ਕੇ ਵੇਚੀ ਗਏ। ਸਾਡੇ ਕੋਲ ਤੇ ਐਡਾ ਕੀਮਤੀ ਸੋਨਾ ਹੀਰੇ ਜਵਾਹਰਾਤ ਸੀ, ਅਸੀਂ ਤਾਂ ਰਮਾਲੇ ਪਾ ਪਾ ਕੇ ਸਿਰਫ ਚੌਰ ਹੀ ਕਰ ਛੱਡੇ। ਦੂਰੇ ਹੋ ਕੇ ਚੌਰ ਕੀਤੇ, ਫਰਸ਼ਾਂ ਤੇ ਮਾਰਬਲਾਂ ਤੇ ਮੱਥੇ ਲਾ ਲਾ ਕੇ ਮਾਰਬਲ ਘਸਾ ਛੱਡੇ, ਅੰਦਰ ਦੇ ਪੱਥਰ ਤੇ ਅਸਰ ਕੋਈ ਨਾ ਹੋਇਆ। ਹੁਣਾਂ ਤੇ ਅੰਦਰ ਦੇ ਜਿਹੜਾ ਮਨ ਪੱਥਰ ਸੀ ਨਾ, ਇਹ ਤੇ ਸ਼ਬਦ ਚੋਟ ਕਰਦਾ। ਅਸੀਂ ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝਦੇ, ਕਿੰਨੇ ਪਿਆਰ ਨਾਲ ਸਤਿਗੁਰ ਨੇ ਸਾਨੂੰ ਇਹ ਵਿਚਾਰ ਬਖਸ਼ਿਸ਼ ਕੀਤੀ ਹੈ। ਸਿਰ ਝੁਕਦਾ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਅੱਗੇ। ਗੁਰੂ ਨਾਨਕ ਸਾਹਿਬ ਜੀ ਨੂੰ ਸਭ ਤੋਂ ਪਹਿਲਾਂ ਸਮਝਣ ਵਾਲੀ ਕੌਣ ਸੀ ਭਲਾ? ਸਤਿਕਾਰਯੋਗ ਬੇਬੇ ਨਾਨਕੀ ਜੀ। ਸਭ ਤੋਂ ਪਹਿਲਾਂ ਉਹਨੇ ਸਮਝਿਆ ਗੁਰੂ ਨਾਨਕ ਸਾਹਿਬ। ਇਹਨਾਂ ਸ਼ਬਦਾਂ ਤੋਂ ਸਮਝ ਲੱਗਦੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਕਿੰਨੇ ਧਿਆਨ ਨਾਲ ਬੇਬੇ ਨਾਨਕੀ ਨੇ ਵੇਖਿਆ ਹੋਏਗਾ, ਮਹਿਸੂਸ ਕੀਤਾ ਹੋਏਗਾ। ਹੁਣ ਮੈਂ ਤੁਹਾਨੂੰ ਪੁੱਛਦਾ ਭੈਣੋ, ਬੇਬੇ ਨਾਨਕੀ ਦੇ ਬੱਚੇ ਕਿੰਨੇ ਸੀ ਜੀ? ਵਾਹ 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 ਵਾਹ, ਉਹਨਾਂ ਦਾ। ਪਰ ਬੇਬੇ ਨਾਨਕੀ ਦਾ ਨਾਮ ਅੱਜ ਦੁਨੀਆ ਤੇ ਹੈਗਾ ਹੈ ਨਾ, ਉਹਨਾਂ ਦੀ ਔਲਾਦ ਕਰਕੇ ਨਹੀਂ, ਉਹਨਾਂ ਦੇ ਆਪਣੇ ਕਰਕੇ। ਇਹ ਤੋਂ ਇੱਕ ਸਿੱਖਿਆ ਲੈ ਲਓ, ਤੁਸੀਂ ਪੁੱਤਰ ਦਾ ਆਨੰਦ ਕਾਰਜ ਕਰੋ। ਜੇ ਨੂੰਹ ਦੇ ਘਰ ਔਲਾਦ ਨਹੀਂ ਵੀ ਹੁੰਦੀ ਕਿਸੇ ਕਾਰਨ, ਉਹਨੂੰ ਉਦਾਂ ਹੀ ਪਿਆਰ ਕਰੋ ਜਿਵੇਂ ਬੱਚਿਆਂ ਵਾਲੀਆਂ ਨੂੰ ਪਿਆਰ ਕਰਦੀਆਂ ਜੀ। ਤਾਂ ਫਾਇਦਾ ਹੈ ਗੁਰਪੁਰਬ ਮਨਾਉਣ ਦਾ, ਤਾਂ ਫਾਇਦਾ ਗੁਰਦੁਆਰੇ ਆਉਣ ਦਾ। ਤੇ ਜੇ ਮਿਹਣੇ ਮਾਰ ਮਾਰ ਕੇ ਕਹਤਾ ਹਾਏ ਪੋਤਰਾ ਹੈ ਨਹੀਂ, ਹਾਏ ਪੋਤਰੀ ਹੈ ਨਹੀਂ, ਹਾਏ ਮੇਰੀ ਪੀੜ੍ਹੀ ਕਿੱਦਾਂ ਚੱਲੂ, ਤੇ ਫਿਰ ਬੇਬੇ ਨਾਨਕੀ ਨੂੰ ਕਹੀ ਜਾਓ ਜੀ ਸਾਡੀ ਵੀ ਕੁਝ ਬੇਬੇ ਨਾਨਕੀ ਲੱਗਦੀ। ਨਹੀਂ ਲੱਗਦੀ ਬੇਬੇ ਨਾਨਕੀ ਸਾਡੀ ਕੁਝ, ਕਿਉਂਕਿ ਸਿੱਖਿਆ ਲੈਣੀ ਪੈਣੀ ਹੈ। ਇੱਥੇ ਸੰਸਾਰ ਤੇ 2-2 3-3 ਪੁੱਤਰਾਂ ਵਾਲਿਆਂ ਨੂੰ ਆਪਣੇ ਹੱਥੀਂ ਆਪਣੇ ਬੱਚਿਆਂ ਦੇ ਸੰਸਕਾਰ ਕਰਨੇ ਪੈਣੇ। ਆਪਾਂ ਨੂੰ ਕਿਸੇ ਨੂੰ ਨਹੀਂ ਪਤਾ ਸੰਸਾਰ ਤੇ ਕੱਲ ਸਾਡੇ ਨਾਲ ਕਦੋਂ ਕੀ ਵਾਪਰਨਾ ਹੈ। ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਵੱਡੀ ਭੈਣ ਬੇਬੇ ਨਾਨਕੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿੰਨੇ ਧਿਆਨ ਨਾਲ ਵੇਖਿਆ, ਸਮਝਿਆ ਉਹਨਾਂ ਨੇ। ਤੋ ਇਹ ਕਿੰਨਾ ਪਿਆਰ ਸੀ ਇਹਨਾਂ ਚੀਜ਼ਾਂ ਨਾਲ। ਨਹੀਂ ਹੋਵੇ ਤਾਂ ਵੀ ਠੀਕ ਹੈ, ਨਾ ਹੋਵੇ ਤਾਂ ਵੀ ਠੀਕ ਹੈ। ਆਪਣੇ ਸਮਾਜ ਵਿੱਚ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਜ਼ਿੰਦਗੀ ਜਿਉਣ ਦਾ ਯਤਨ ਕਰਨਾ। ਬਹੁਤ ਸੰਸਾਰ ਤੇ ਵਿਆਹ ਐਸੇ ਜੋੜੇ ਨੇ ਜਿਨ੍ਹਾਂ ਘਰਾਂ 'ਚ ਔਲਾਦ ਨਹੀਂ ਹੁੰਦੀ, ਜਿੱਥੇ ਪਤੀ ਪਤਨੀ ਆਪਣੇ ਵਿੱਚ ਪਿਆਰ ਉੱਦਾਂ ਹੀ ਰੱਖਦੇ ਆ, ਪਰ ਆਮ ਰਿਸ਼ਤੇਦਾਰਾਂ ਦੇ ਮੂੰਹ ਵਿੰਗੇ ਹੁੰਦੇ ਨੇ, ਪਰਿਵਾਰਾਂ ਦੇ ਮੈਂਬਰ ਹੀ ਸਹਿਮਤ ਨਹੀਂ ਹੁੰਦੇ। ਕਈ ਵਾਰ ਉਹਨਾਂ ਨੂੰ ਮਾਨਸਿਕ ਤੌਰ ਤੇ ਪੀੜਾ ਝੱਲਣੀ ਪੈਂਦੀ, ਉਹਨਾਂ ਧੀਆਂ ਨੂੰ, ਉਹਨਾਂ ਪਰਿਵਾਰਾਂ ਨੂੰ। ਕਈਆਂ ਨੂੰ ਅੱਡ ਹੋ ਜਾਣਾ ਪੈਂਦਾ ਵੀ ਨਹੀਂ ਜੀ ਇੱਥੇ, ਕਿਉਂਕਿ ਐਜੂਕੇਸ਼ਨ ਨਹੀਂ ਸਾਡੀ। ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪੜ੍ਹਿਆ ਕਿੱਥੇ ਹੈ? ਅਸੀਂ ਹੁਣੇ ਦੋਹਰਾ ਪੜਾਂਗੇ, ਸਭ ਸਿੱਖਣ ਕੋ ਗੁਰੂ, ਤੇ ਮੰਨਿਆ ਕਿੱਥੇ? ਅਸੀਂ ਤੇ ਪੂਜਿਆ। ਜੇ ਮੰਨਾਂਗੇ ਤੇ ਫਿਰ ਗੱਲ ਹੋਰ ਹੋਏਗੀ। ਅਸੀਂ ਤੇ ਪੂਜਦੇ ਆ, ਤੇ ਮੰਨਣ ਦੀ ਗੱਲ ਬਾਅਦ ਵਿੱਚ ਆਉਂਦੀ, ਪਹਿਲਾਂ ਗੱਲ ਤਾਂ ਸੁਣਨ ਦੀ ਆਉਂਦੀ ਹੈ। ਅਸੀਂ ਤੇ ਆਪਣੇ ਗੁਰੂ ਦੀ ਗੱਲ ਨੂੰ ਧਿਆਨ ਨਾਲ ਸੁਣਿਆ ਵੀ ਨਹੀਂ। ਪਹਿਲਾਂ ਆਪਣੇ ਗੁਰੂ ਦੀ ਗੱਲ ਨੂੰ ਧਿਆਨ ਨਾਲ ਸੁਣੋ, ਫਿਰ ਉਸ ਗੱਲ ਨੂੰ ਮੰਨੋ। ਮੰਨਣਾ ਸਿੱਖੀਏ, ਤੁਧ ਨੂੰ ਨਿਵਣ ਮੰਨਣ ਤੇਰਾ ਨਾਉ। ਇੱਥੇ ਇੱਕ ਬੰਦਾ ਆਣ ਕੇ ਲੰਮੇ ਪੈ ਪੈ ਕੇ ਲਕੀਰਾਂ ਕੱਢੀ ਜਾਵੇ, ਪਰ ਗੱਲ ਇੱਕ ਵੀ ਨਾ ਮੰਨੇ। ਤੇ ਇੱਕ ਬੰਦਾ ਰਾਹ ਚੋਂ ਹੀ, ਰੋਡ ਤੋਂ ਹੀ ਇੱਦਾਂ ਮੱਥਾ ਟੇਕ ਜੇ, ਪਰ ਗੱਲ ਇੱਕ ਇੱਕ ਮੰਨੇ ਆਪਣੇ ਗੁਰੂ ਦੀ। ਵੇਖਣ ਵਾਲਿਆਂ ਕਹਿਣਾ ਯਾਰ ਉਹ ਤੇ ਮੱਥਾ ਅੰਦਰ ਆਣ ਕੇ ਟੇਕਦਾ ਨਹੀਂ, ਪਰ ਬਾਪੂ ਜੀ ਕਹਿੰਦੇ ਨੇ ਉਹ ਮੰਨਦਾ ਮੇਰੀ ਜ਼ਿਆਦਾ ਹੈ।
ਆੜਾ ਮੇਰੇ ਕੋਲ ਜ਼ਿਆਦੀਆਂ ਲਕੀਰਾਂ ਕੱਢਦਾ ਨਾ, ਇਹ ਅਪਰਾਧੀ ਦੂਣਾ ਨੇ। ਹੁਣ ਇਹਦਾ ਅਰਥ ਇਹ ਵੀ ਨਾ ਲੈ ਲਿਓ ਵੀ ਸਾਰੇ ਲਕੀਰਾਂ ਕੱਢਣ ਵਾਲੇ ਗਲਤ ਹੁੰਦੇ ਨੇ ਜਾਂ ਸਾਰੇ ਰੋਡ ਤੋਂ ਮੱਥਾ ਟੇਕਣ ਵਾਲੇ ਸਹੀ ਹੁੰਦੇ ਨੇ। ਮੈਂ ਸਿਰਫ ਐਗਜ਼ਾਮਪਲ ਦਿੱਤੀ ਹੈ। ਕਈ ਵਾਰੀ ਆਪਣੇ ਪਰਿਵਾਰਾਂ 'ਚ ਨਹੀਂ ਵੇਖਿਆ ਆਪਾਂ, ਇੱਕ ਭੱਜ ਕੇ ਆਣ ਕੇ ਬਾਪੂ ਦੇ ਗੋਡੀਆਂ ਹੱਥ ਲਾਉਂਦੀ ਹੈ, ਤੇ ਆਪਾਂ ਨੂੰ ਪਤਾ ਹੁੰਦਾ ਵੀ ਇਹ ਅੰਦਰੋਂ ਮੇਰੀ ਰਿਸਪੈਕਟ ਨਾ ਕਰਦਾ ਹੈ ਨਾ ਕਰਦੀ ਹੈ। ਇੱਕ ਤੁਰਿਆ ਤੁਰਿਆ ਜਾਂਦਾ, ਬਾਪੂ ਮੈਂ ਚੱਲਿਆ, ਪਰ ਉਹ ਦੂਰ ਬੈਠਾ ਵੀ ਨਿੱਕਾ ਜਿਹਾ ਕੰਮ ਕਰਨ ਲੱਗਾ, ਪਹਿਲਾਂ ਆਪਣੇ ਪਿਤਾ ਨੂੰ ਫੋਨ ਲਾ ਕੇ ਪੁੱਛਦਾ, ਪਿਤਾ ਜੀ ਮੈਂ ਆਹ ਕੰਮ ਕਰਨ ਲੱਗਾ, ਆਗਿਆ ਹੈ? ਸਲਾਹ ਕਰਨੀ ਤੁਹਾਡੇ ਨਾਲ। ਸਲਾਹ ਕੀਤੀ, ਪਿਤਾ ਨੇ ਆਪਣਾ ਵਿਚਾਰ ਦੇਤਾ, ਪੁੱਤਰ ਨੇ ਆਖਿਆ ਠੀਕ ਹੈ ਬਾਪੂ, ਆਪਾਂ ਦੋਸਤ ਹਾਂ ਦੋਵੇਂ ਜਾਣੇ, ਤੁਸੀਂ ਮੇਰਾ ਨਫਾ ਨੁਕਸਾਨ ਜਾਣਦੇ ਹੋ, ਮੈਂ ਸਲਾਹ ਕੀਤੀ ਹੈ, ਤੁਸੀਂ ਨਹੀਂ ਸਹਿਮਤ, ਮੈਂ ਨਹੀਂ ਕਰਦਾ। ਬਾਪੂ ਵੀ ਖੁਸ਼ ਹੋਇਆ, ਅੰਦਰ ਨੂੰ ਠੰਡ ਪਈ, ਉਹ ਮੇਰਾ ਬੱਚਾ, ਉਹ ਠੀਕ ਹੈ, ਮੈਂ 2-4 ਪੈਸੇ ਕਿਸੇ ਦੇ ਦੇਣੇ ਹੋਣਗੇ, ਪਰ ਇਹੋ ਜਿਹੀ ਔਲਾਦ ਹੈ ਕਿਸੇ ਕੋਲ? ਇਹੋ ਜਿਹੀ ਧੀ ਹੈ ਕਿਸੇ ਕੋਲ ਜਿਹੜਾ ਨਿੱਕੀ ਨਿੱਕੀ ਗੱਲ ਮੇਰੇ ਨਾਲ ਸ਼ੇਅਰ ਕਰਦਾ? ਇਸੇ ਸਾਨੂੰ ਸਤਿਗੁਰ ਦੀ ਬਾਣੀ ਸਿਖਾਉਂਦੀ ਹੈ। ਬਾਣੀ ਪ੍ਰੈਕਟੀਕਲ ਜੀਵਨ ਜਾਚ ਹੈ, ਬਾਣੀ ਕੋ ਮੰਤਰ ਨਹੀਂ ਹੈ। ਜੋ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਘਰਾਂ 'ਚ ਕੰਮ ਕਰਨੇ ਆ, ਸਮਾਜ ਵਿੱਚ ਕਿੱਦਾਂ ਵਿਚਰਨਾ ਹੈ, ਇਹ ਸਤਿਗੁਰ ਦੀ ਬਾਣੀ ਦਾ ਉਪਦੇਸ਼ ਵਿਚਾਰ ਹੈ। ਤਾਂ ਪਾਤਸ਼ਾਹ ਜੀ ਇੱਥੇ ਬਖਸ਼ਿਸ਼ ਕਰਦੇ ਨੇ, ਦੋਏ ਮਾਈ ਦੋਏ ਬਾਪਾ ਪੜ੍ਹੀਏ। ਇੱਕ ਪਿਓ ਕੌਣ ਹੈ? ਤੂੰ ਸਾਂਝਾ ਸਾਹਿਬ। ਤੇ ਦੂਜਾ ਬਾਪ ਕੌਣ ਹੈ? ਬਾਪ ਸਾਬਕਾ ਕਰੇ ਲੜਾਈ। ਸਰੀਰ ਨੂੰ ਵੀ ਬਾਣੀ 'ਚ ਬਾਪ ਆਖਿਆ। ਬਾਪ ਸਾਬਕਾ ਲੜਾਈ ਕਰਦਾ ਨਾ। ਪੈਰ ਕਹਿੰਦੇ ਨਵੀਂ ਜੁੱਤੀ ਲਿਆ, ਪੈਰ ਕਹਿੰਦੇ ਨਵੀਂ ਜੁੱਤੀ ਲਿਆ, ਬੰਦਾ ਕਹਿੰਦਾ ਪੈਸੇ ਨਹੀਂ, ਕਹਿੰਦਾ ਚੋਰੀ ਕਰ ਲਿਆ। ਹੱਥ ਕਹਿੰਦੇ ਵਧੀਆ ਘੜੀ ਲਿਆ, ਬੰਦਾ ਕਹਿੰਦਾ ਪੈਸੇ ਨਹੀਂ, ਕਹਿੰਦਾ ਇੱਧਰ ਉੱਧਰ ਹੱਥ ਮਾਰ ਲਾ। ਇਸੇ ਕਰਕੇ ਤੇ ਬਾਬੇ ਫਰੀਦ ਜੀ ਨੇ ਕਹਿਣਾ ਸੀ ਪਿਆ, ਕਹਿਣਗੇ ਫਰੀਦਾ ਇਹ ਤਨ ਭੌਂਕਣਾ, ਇਹ ਤਨ ਕੁੱਤਾ ਹੈ, ਨਿਤ ਨਿਤ ਦੁਖੀਏ ਕੌਣ? ਮੈਂ ਜੇ ਇਸ ਕੁੱਤੇ ਸਰੀਰ ਦੇ ਪਿੱਛੇ ਲੱਗਾ ਤੇ ਮੈਂ ਤੇ ਰੋਜ਼ ਦੁਖੀ ਹੋਵਾਂ, ਕਿਉਂਕਿ ਇਹਦੀਆਂ ਤੇ ਮੰਗੇ ਬੜੀਆਂ ਭੈੜੀਆਂ। ਬਾਪ ਸਾਬਕਾ ਕਰੇ ਲੜਾਈ, ਸਵੇਰੇ ਉੱਠਦਾ ਮਗਰੋਂ ਆ, ਇਹ ਲੜਾਈ ਪਹਿਲਾਂ ਪਾ ਕੇ ਬਹਿ ਜਾਂਦਾ। ਖਾਣ ਲਈ ਆਹ ਚਾਹੀਦਾ, ਪਹਿਨਣ ਲਈ ਆਹ ਚਾਹੀਦਾ, ਪੈਰੀ ਪਾਉਣ ਲਈ ਆਹ ਚਾਹੀਦਾ, ਚੜ੍ਹਨ ਲਈ ਆਹ ਚਾਹੀਦਾ। ਤੇ ਮੈਂ ਜਦੋਂ ਇਹਦੇ ਪਿੱਛੇ ਲੱਗਦਾ, ਫਿਰ ਮੈਨੂੰ ਇੱਧਰ ਉੱਧਰ ਹੱਥ ਮਾਰਨੇ, ਬੋਲੋ ਜੀ, ਪੈਂਦੇ ਨੇ। तो पातशाह जी कहते बाप साबका करे लड़ाई, बाप साबका लड़ाई करदा। हुण समझ आ गई? इस मन दे बाप दो अगे अगे हो जाओ जी, पिछे होर जिहड़ियां भैणां होंदियां उन्हां नूं जगह मिल जाए, बैठ जाए। तो साध संगत जी गल किहड़ी प्यारी गुरु साहब जी ने कही है, कहणगे दोए माई इस मन दियां दो मावां ने। किहड़ियां किहड़ियां? एक गुरु वालों दित्ती हुई श्रेष्ठ मत ते एक इस मन दी भैड़ी मत अज्ञानता। हुण ये फैसला मेरा, मैं गुरु दी मत दी गोद विच इस मन, क्योंकि बच्चे दे जीवन दी शैली घड़न च मां दा बड़ा वड्डा रोल है। क्यों भैनों सहमत जे ना? बाप दा ते मां दा बड़ा वड्डा रोल है। मां ने जो बच्चे नूं परवरिश देनी है, एक विद्वान दा बचन है, कहता तिफल में, तिफल कहते बच्चे नूं, वो कहता तिफल में बू आए क्या माँ बाप के किरदार की। बच्चे दे जीवन चो माँ बाप की खुशबू कित्थों आनी है? दूध तो डिब्बे का तलीम है सरकार की। दुध डब्बे का पियाता तो सिक्ख्या स्कूलों दे दी। दसो माँ बाप का बच्चे के जीवन च रोल कित्थे रह गया? तुसीं आपां परिवारां च रहिंदे आ, किन्ने परसेंट बंदा अपने बच्चों नाल टाइम गुजारदा जी? भला मैं नहीं कहता भी हुण जिहड़े बच्चे दूर पढ़ते आ, जिहड़े दूर पढ़ के भी अपने बच्चों नाल रोज़ गलबात करते हैं, होर पुत्र की हाल है, होर बेटा की हाल है। एक ऐसे भी है जिहड़े रहिंदे घर च ही आ, पर गल करन दा अगे बोलो जी टाइम है ही नहीं। बाप दे कोल पुत्र ना, पुत्र दे कोल बाप ना, मां दे कोल धी ना, गल करन दा वक्त ही है नहीं। विचार साझे नहीं कदी कीते, एक दूजे विचारां बारे पता ही है नहीं सानूं। हुण बड़ा वड्डा संस्कार है, बड़ा वड्डा एक पक्ष है जो सतगुर दी बाणी सानूं सिखाउंदी है। तो किड्डा प्यारा सिद्धांत दिता, कहंदे राजा बालक नगरी काची दुष्टां नाल प्यारो, दोए माई इस मन दियां दो मावां ने। एक गुरु वालों दित्ती हुई श्रेष्ठ मत एक मन की भैड़ी मत। मैं हुण जां ते मन की भैड़ी मत की गोद विच मन नूं पाणा, जिन्हों अविद्या कहंदे आ, अज्ञानता कहंदे आ, बेसमझी कहंदे आ, जां गुरु वालों दित्ती हुई श्रेष्ठ मत, गुरु की सिक्ख्या मत, मैं किहदी गोद विच मन नूं पालना?
ये फैसला मेरा हुण अपना, यानी कि मैं किहनूं मां बनाउणा ये मेरी मर्जी है। तां आखिया सी ना, मुੱਲ खरीदी लाला गोला, मेरा नाउ सुभागा, गुर की बचनी, हाट बिकाना, जित लाया तित लागा। मां लाली, प्यो लाला मेरा। गुरु वालों दिती हुई जिहड़ी श्रेष्ठ मत है वो मेरे मन की मां बन गई है, तो लाली मैनू गुलाम है। मां लाली, प्यो लाला मेरा, हाँ लाले का जाया। हुण लाली नचे, लाला गावे, भगत करो तेरी राया। तुसी नोट करियो, जदों औलाद चंगे काम करे ना, सब तो वध खुशी किहनूं हुंदी भला? मां नूं, बाप नूं। क्यों साध संगत जी? धी सहुरे घर जाके जो चंगे संस्कार लैके वसदी है तो किहनूं खुशी हुंदी भला? मां नूं, जिन्हें संस्कार दे के तोरिया हुंदा है। जदों तुहाडा पुत्र जाके कोई चंगा काम करदा है तो सब तो वध लोग इज्जत नाल परिवार नूं वेखदे भी किसी चंगे परिवार चों पल के बच्चा आया है, चंगे संस्कार लए ने अपने परिवार कोलों, इन्हें चंगी एजुकेशन लई है। स्कूल की बिल्डिंग तो एक थां ते खलोती हुंदी है, पर उस स्कूल चो एजुकेशन लैके जो बच्चा दूर दूर जाके उस एजुकेशन की खुशबू खिलारदा, लोग पुछदे आ ये किहड़े स्कूल का स्टूडेंट है, ये किहड़े स्कूल का विद्यार्थी है, इहदा टीचर किहड़ा, इहदा प्रिंसीपल किहड़ा, ये किस स्कूल विच पढ़िया। बच्चा दूर सी, स्कूल की बिल्डिंग एक थां थी, पर उस बच्चे की एजुकेशन राही, उसकी सिक्ख्या राही, उसकी विद्या राही स्कूल की कितनी दूर तक खुशबू फैली। गुरु नानक साहब महाराज जी की विचारधारा का ये स्कूल, ये यूनीवर्सिटी, ये विद्यक अदारे जदों साडा समाज विच विचरांगे, जदों साडा किसी नाल व्यवहार बनेगा, असीं किसी दुकानदार नाल डील करांगे, अगला कहेगा ये किसी चंगे स्कूल का स्टूडेंट है। जदों भाई भगीरथ वर्गे, जदों भाई मनसुख वर्गे, जदों गुरु नानक साहब जी के कोलों सुनेहा लैके दूर 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 जाके खुशबू फैलाउंदे ने, ते श्रीलंका के वड्डे वड्डे राजे भी प्रभावित क्यों हुंदे ने? क्योंकि सिख नूं बड़े नेड़े हो के वेखिया सी। जिवें मां तो नहीं जाती धी दे सहुरे, पर धी जदों जाके खुशबू खिलारदी, अगले पुछदे आ जे धी च इन्ने चंगे संस्कार ने ते मां किदां दी देवी होएगी, जिन्हें अपनी धी नूं हर एक गुण सिखा के अपनी धी नूं निपुण करके भेजिया होया है। तो पातशाह जी इत्थे बख्शिश करदे ने, मां लाली, प्यो लाला मेरा, हाँ लाले का जाया। लाली नाचै, लाला गावे, भगत करो तेरी राया। राजा बालक नगरी काची, ना करो गल जी, थोड़ा समा रह गया जी। राजा बालक नगरी काची, दुष्टां नाल प्यारो, दोए माई दोए बापा पढ़िए, पंडित करो विचारो। हुण इत्थे क्या है पंडित, हे अपने आप नूं ज्ञानवान अखाउण वाले, विचार ये कर कि इस मन नूं किहड़ी मां दी गोद विच पालना है। विचार ये दे लोकां नूं, दस कि मावां दो ने, चोण तुहाडी है। एक मन की भैड़ी मत है, एक गुरु वालों श्रेष्ठ दी हुई मत है। इन्हां चों किहड़ी मां चुननी है, ये फैसला बंदिया तेरा है। बाप किहड़ा चुनना है, शरीर दे आखे लगना है जां उस परमेश्वर दे आखे लगना है? जे परमेश्वर दे आखे लगेगा फिर पता क्या होगा, बाप दिलासा मेरो कीना, सेज सुखाली मुख अमृत दीना। जदों मैं अपने प्यो दे नाल सांझ पा के जीवन गुजारांगा, मैनूं इहो जिहा दिलासा मिलू, बैड भावें 2000 का भी होवे, अंदर दी सेजा सुखी होएगी, तो बैड उस सधारण बैड ते भी नींद आजू। जे अंदर दी सेजा तो मैं अपसैट होया, बैड भावें 2 लाख का भी होया, नींद नहीं जे आउणी। अज बाहरले बैड ते बड़े महंगे ने। अज साडे सामने किसान आपां वेखे ही आ, अंदर दी सेजा सुखी सी ना, ट्रालियां ते भी नींद आ गई, टेंटां 'च भी सौ गए, तंबूआं 'च भी सौ गए। किन्नियां बारिशां होईयां इस साल, बजुर्ग दसदे आ भी 70-75 साल का रिकॉर्ड टुटा, इन्नियां बारिशां होईयां। पर उन्हां बारिशां 'च भी उन्हां सर्दी, 2 सर्दी दियां रुत्तां, पहली सर्दी दी रुत्त लंघ गई, आ दूजी हुण आरंभ होण जा रही है। पर जे अंदर दी सेजा सुखी सी, कपट नहीं सी, छल नहीं सी, किसी नाल धोखा नहीं सी, तो ये जत, ये जिहड़ी जंग की जिहड़ी जित है ना, ये इकट्ठ की निशानी है। इकट्ठ है, प्यार है, एकता ने सानू जिताउणा है। तो ये घटनावां तो पता लगदा, जे साडे च इकट्ठ होएगा, एकता होएगी, असीं वड्डी तो वड्डी जंग नूं जित सकदे हां। तो पातशाह जी इत्थे बख्शिश करदे ने, दोए माई दोए बापा पढ़िए, पंडित करो विचारो। हे पंडित, हे ज्ञानी,
हे जोगी, हे काजी, हे मौलवी। मैं शब्द बार बार रिपीट क्यों करदा, ताकि भुलेखा ना पै जे पंडितदार ते किसी बोधी धोती वाले की गल नहीं हो रही। ਜਿਹੜਾ ਵੀ ਆਪਣੇ ਆਪ ਨੂੰ ਧਾਰਮਿਕ ਅਖਵਾਉਂਦਾ ਉਹਨੂੰ ਕਹਿੰਦੇ ਆ ਵਿਚਾਰ ਕਰ, ਆ ਸਿੱਖਿਆ ਦੇ ਕਿ ਇਸ ਮਨ ਨੂੰ ਕਿਹੜੀ ਮਾਂ ਦੀ ਗੋਦ ਵਿੱਚ ਆਪਾਂ ਪਾਲਣਾ ਹੈ। ਜਿੱਦਾਂ ਦੀ ਗੋਦ ਵਿੱਚ ਪਲੇਗਾ ਮਨ ਉਦਾਂ ਦਾ ਹੀ ਹੋ ਜਾਏਗਾ। ਭੀਤਰ ਅਗਨਾ ਬਨਸਪਤ ਮੌਲੀ। ਸਾਧ ਸੰਗਤ ਜੀ, ਦਰਖਤ ਭਾਵੇਂ ਹਰਿਆ ਹੀ ਹੋਵੇ ਨਾ, ਪਰ ਹਰ ਦਰਖਤ ਵਿੱਚ ਅੱਗ ਹੁੰਦੀ ਹੈ। ਹੁਣ ਆਪਾਂ ਵੇਖਦੇ ਆ ਨਾ, ਦਰਖਤ ਦੀ ਟਾਹਣੀ ਹਵਾ ਵਗੇ ਟੁੱਟ ਜੇ ਤੇ ਅੱਜ ਕੱਲ ਹੋਰ ਪਰਸੋਂ ਹੋਰ ਹਫ਼ਤਾ 15 ਦਿਨਾਂ ਬਾਅਦ ਉਹ ਟਾਹਣੀ ਸੁੱਕ ਜਾਂਦੀ ਹੈ। ਫਿਰ ਆਪਾਂ ਮਾੜੀ ਜਿਹੀ ਅੱਗ ਲਾਈਏ ਤੇ ਸੜ ਕੇ ਕੋਲੇ ਹੋ ਜਾਂਦੀ ਹੈ। ਇਹਦਾ ਮਤਲਬ ਦਰਖਤ ਵਿੱਚ ਅੱਗ ਸੀ, ਪਰ ਦਰਖਤ ਬਾਹਰੋਂ ਹਰਿਆ ਸੀ। ਹਰਿਆ ਹੋਣ ਕਰਕੇ ਤੁਸੀਂ ਹੁਣ ਹਰੇ ਦਰਖਤ ਨੂੰ ਅੱਗ ਲਾਓ ਤੇ ਅੱਗ ਪਕੜਦਾ ਨਹੀਂ, ਕਿਉਂਕਿ ਅੰਦਰ ਉਹਦੇ ਹਰਿਆਵਲ ਹੈ, ਅੰਦਰ ਉਹਨੂੰ ਧਰਤੀ ਚੋਂ ਤੱਤ ਮਿਲ ਰਿਹਾ ਹੈ। ਹੁਣ ਪਾਤਸ਼ਾਹ ਜੀ ਕਹਿੰਦੇ ਨੇ ਭੀਤਰ ਅਗਨਾ ਬਨਸਪਤ ਮੌਲੀ। ਦਰਖਤ ਦੇ ਅੰਦਰ ਅੱਗ ਵਾ, ਪਰ ਬਾਹਰੋਂ ਮੌਲੀ ਹੋਈ ਹੈ, ਐ ਹਰੀ ਹੈ, ਦਰਖਤ ਹਰਿਆ ਹੋਇਆ। ਹੁਣ ਇੱਥੇ ਗੱਲ ਦਰਖਤ ਦੀ ਹੋ ਰਹੀ, ਸਾਧ ਸੰਗਤ, ਇੱਥੇ ਗੱਲ ਸਾਡੀ ਹੋ ਰਹੀ। ਹਰ ਬੰਦੇ ਦੇ ਅੰਦਰ ਵਿਸ਼ਿਆਂ ਵਕਾਰਾਂ ਦੀ ਅੱਗ ਹੈ, ਭਾਵੇਂ ਕੋਈ ਧਰਮੀ ਹੈ ਤੇ ਭਾਵੇਂ ਕੋਈ ਅਧਰਮੀ, ਹਰ ਇੱਕ ਦੇ ਅੰਦਰ ਅੱਗ ਹੈ। ਇਹ ਵਿਸ਼ਿਆਂ ਵਕਾਰਾਂ ਦੀ ਅੱਗ ਹਰ ਇੱਕ ਦੇ ਵਿੱਚ ਹੈਗੀ ਹੈ। ਜਿਵੇਂ ਲੱਕੜ ਦੇ ਵਿੱਚ, ਹਰ ਦਰਖਤ ਵਿੱਚ ਅੱਗ ਹੈ। ਅੱਛਾ, ਜਦੋਂ ਤੱਕ ਉਹ ਦਰਖਤ ਹਰਿਆ ਵਾ ਉਹਨੂੰ ਅੱਗ ਨਹੀਂ ਪੈਂਦੀ। ਜਦੋਂ ਹਵਾ ਵਗਣ ਤੋਂ ਬਾਅਦ ਕਿਤੇ ਝੱਖੜ ਦੇ ਨਾਲ ਟਾਹਣੀ ਟੁੱਟ ਜਾਏ, ਲਿੰਕ ਟੁੱਟ ਜਾਏ ਦਰਖਤ ਨਾਲੋਂ, ਫਿਰ ਉਸ ਟਾਹਣੀ ਨੂੰ ਕੋਈ ਸੜਨੋਂ ਬਚਾ ਨਹੀਂ ਸਕਦਾ। ਜਦੋਂ ਤੱਕ ਉਹ ਦਰਖਤ ਨਾਲ ਜੁੜਿਆ ਉਹਨੂੰ ਅੱਗ ਆਪਣੇ ਲਪੇਟੇ 'ਚ ਲੈ ਨਹੀਂ ਸਕਦੀ। ਤੁਸੀਂ ਵੇਖਿਆ ਨਾ, ਕਈ ਦਰਖਤ ਆਪਾਂ ਅੱਗ ਲਾਈਏ ਤੇ ਕਈ ਵਾਰੀ ਹਰਿਆਂ ਦਰਖਤਾਂ ਨੂੰ ਝੰਬ ਪੈ ਜਾਂਦੀ ਹੈ, ਮਾੜੇ ਮੋੜ ਬਾਹਰੋਂ ਟਾਹਣੀਆਂ ਸੜ ਜਾਂਦੀਆਂ, ਪਰ 15-20 ਦਿਨਾਂ ਬਾਅਦ ਉਹ ਫਿਰ ਦੁਬਾਰਾ ਹਰਿਆ ਹੋ ਜਾਂਦਾ। ਕਿਉਂ? ਕਿਉਂਕਿ ਲਿੰਕ ਧਰਤੀ ਨਾਲ ਜੁੜਿਆ ਹੋਇਆ ਸੀ। ਦਰਖਤ ਦਾ ਲਿੰਕ ਧਰਤੀ ਨਾਲ ਜੁੜਨ ਕਰਕੇ ਮਾੜੀ ਮੋੜ ਬਾਹਰੋਂ ਝੰਬ ਪਈ, ਫਿਰ ਹਰਿਆ ਹੋ ਗਿਆ। ਪਰ ਜਿਹੜੇ ਦਰਖਤ ਦੀਆਂ ਜੜ੍ਹਾਂ ਧਰਤੀ ਨਾਲੋਂ ਲਿੰਕ ਤੋੜ ਗਈਆਂ, ਉਹਨੂੰ ਕੋਈ ਦੁਬਾਰਾ ਹਰਿਆ। ਇੱਥੇ ਗੱਲ ਦਰਖਤ ਦੀ ਨਹੀਂ ਹੋ ਰਹੀ, ਇੱਥੇ ਗੱਲ ਮੇਰੀ ਹੋ ਰਹੀ ਹੈ। ਸਾਰੇ ਕਹੋ, ਇੱਥੇ ਗੱਲ ਮੇਰੀ ਹੋ ਰਹੀ ਹੈ। ਜਦੋਂ ਤੱਕ ਮੈਂ ਗੁਰੂ ਨਾਲ ਜੁੜਿਆ, ਗੁਰੂ ਦੀ ਵਿਚਾਰ ਨਾਲ ਜੁੜਿਆ, ਇਸੇ ਕਰਕੇ ਤੇ ਬਸੰਤ ਰਾਗ ਵਿੱਚ ਕਿਹਾ ਸੀ, ਹਰ ਕਾ ਨਾਮ ਧਿਆਏ ਕਹਿ ਹਰਿਆ ਭਾਈ। ਜਦੋਂ ਤੱਕ ਮੈਂ ਆਪਣੀ ਗੁਰੂ ਦੀ ਸਿੱਖਿਆ ਨਾਲ ਜੁੜਿਆ, ਉਦੋਂ ਤੱਕ ਮੈਂ ਹਰਿਆ ਵਾਂ। ਤੇ ਹਰੇ ਦਰਖਤ ਨੂੰ, ਹਰੀ ਟਾਹਣੀ ਨੂੰ ਪਹਿਲੀ ਗੱਲ ਤੇ ਅੱਗ ਪੈਣੀ ਨਹੀਂ। ਤੇ ਜੇ ਕਿਤੇ ਝੰਬ ਪੈ ਵੀ ਗਈ, ਇੰਨੀ ਕੁ ਤਾਕਤ ਹੈਗੀ ਆ, ਮੈਂ ਦੁਬਾਰਾ ਫੇਰ ਹਰਿਆ ਹੋ ਸਕਦਾ। ਤੇ ਜੇ ਮੈਂ ਟੁੱਟ ਹੀ ਗਿਆ, ਨਾਤਾ ਹੀ ਟੁੱਟ ਗਿਆ, ਫੇਰ ਮੈਨੂੰ ਕੋਈ ਸੜਨੋਂ ਬਚਾ। ਇਸੇ ਅੱਗ ਨੂੰ ਵੇਖ ਕੇ ਭਾਈ ਗੁਰਦਾਸ ਜੀ ਨੇ ਆਖਿਆ ਸੀ, ਬਾਬਾ ਦੇਖੈ ਧਿਆਨ ਧਰ ਅੱਗੇ ਜਲਤੀ ਸਭ ਪ੍ਰਿਥਵੀ ਦਸਿਆਈ। ਅੱਗ ਲੱਗੀ ਸੀ ਪ੍ਰਿਥਵੀ ਨੂੰ। ਇੱਥੇ ਵਕਾਰਾਂ ਨੇ ਲੋਕਾਂ ਦੇ ਘਰ ਸਾੜ ਕੇ ਸਵਾਹ ਕਰ ਦਿੱਤੇ। ਕਾਂ ਵਾਸ਼ਨਾਵਾਂ ਦੀ ਅੱਗ ਬਲ ਰਹੀ ਹੈ, ਲਾਲਚ ਦੀ ਅੱਗ ਬਲ ਰਹੀ ਹੈ, ਕ੍ਰੋਧ ਦੀ ਅੱਗ ਬਲ ਰਹੀ ਹੈ, ਜਿਹਦੇ ਵਿੱਚ ਆਏ ਦਿਨ ਕੋਈ ਨਾ ਕੋਈ ਜੀਵਨ ਸੜ ਕੇ ਕੋਲਾ ਹੋ ਰਿਹਾ ਹੈ। ਤੋ ਪਾਤਸ਼ਾਹ ਜੀ ਕਹਿੰਦੇ ਭੀਤਰ ਅਗਨਾ ਬਨਸਪਤ ਮੌਲੀ। ਭੀਤਰ ਅਗਨ, ਦਰਖਤ ਦੇ ਅੰਦਰ ਅੱਗ ਹੈ, ਬਨਸਪਤੀ ਬਾਹਰੋਂ ਮੌਲੀ ਹੈ, ਬੰਦੇ ਦੇ ਅੰਦਰ ਵਿਸ਼ਿਆਂ ਵਕਾਰਾਂ ਦੀ ਅੱਗ ਹੈ। ਜਦੋਂ ਤੱਕ ਆਪਣੇ ਗੁਰੂ ਨਾਲ ਜੁੜਿਆ ਹੈ, ਇਹਨੂੰ ਅੰਦਰ ਦੀ ਅੱਗ ਸਾੜ ਕੇ ਸੁਆਹ ਕਰ ਨਹੀਂ ਸਕਦੀ। ਪਰ ਜਦੋਂ ਇਹ ਗੁਰੂ ਸਿਧਾਂਤ ਨਾਲ ਟੁੱਟ ਗਿਆ, ਇਹਨੂੰ ਕੋਈ ਸੜਨੋਂ ਬਚਾ ਨਹੀਂ ਸਕਦਾ। ਫਿਰ ਸੜੇਗਾ, ਫਿਰ ਲੂਸੇਗਾ। ਇਹਦਾ ਘਰ ਅੱਗ ਵਿੱਚ ਝੁਲਸ ਜਾਏਗਾ ਜਦੋਂ ਆਪਣੇ ਗੁਰੂ ਸਿਧਾਂਤ ਨਾਲੋਂ ਇਹਦਾ ਨਾਤਾ ਟੁੱਟ ਗਿਆ। ਭੀਤਰ ਅਗਨਾ ਬਨਸਪਤ ਮੌਲੀ ਸਾਗਰ ਪੰਡਹਿ ਪਾਇਆ। ਅੱਛਾ, ਇੱਕ ਸਮੁੰਦਰ ਬਾਹਰ ਆ, ਇੱਕ ਸਮੁੰਦਰ ਬੰਦੇ ਦੇ ਅੰਦਰ ਵੀ ਹੈ। ਵੈਸੇ ਤਾਂ ਨਾ ਸਾਧ ਸੰਗਤ ਜੀ, ਜਿਹੜੇ ਤੁਹਾਡੇ ਚੋਂ ਮੇਰੀਆਂ ਧੀਆਂ, ਮੇਰੇ ਬੱਚੇ, ਮੇਰੀਆਂ ਭੈਣਾਂ, ਮੇਰੇ ਵੱਡੇ ਵੀਰ, ਛੋਟੇ ਵੀਰ ਜਿਹੜੇ ਸਟੱਡੀ ਕਰਦੇ ਆ, ਪੜ੍ਹਦੇ ਆ, ਕਦੀ ਨੋਟ ਕਰਿਓ, ਗੁਰੂ ਸਾਹਿਬ ਨੇ ਇੰਨੀ ਪਿਆਰੀ ਗੱਲ ਮਨ ਬਾਰੇ ਕਹੀ ਹੈ ਨਾ, ਸਿਰ ਝੁਕਦਾ ਗੁਰੂ ਸਾਹਿਬ ਜੀ ਦੇ ਚਰਨਾਂ 'ਚ। ਜਿੰਨੀ ਤਾਕਤ ਬਾਹਰ ਬ੍ਰਹਿਮੰਡ 'ਚ ਆ ਨਾ, ਉਨੀ ਤਾਕਤ ਬੰਦੇ ਦੇ ਮਨ ਵਿੱਚ ਹੈ, ਦਿਮਾਗ 'ਚ। ਇਹਨੂੰ ਆਖਿਆ ਸੀ, ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ, ਜੋ ਖੋਜੈ। ਹੁਣ ਤੁਸੀਂ ਵੇਖੋ, ਜਿੰਨੀਆਂ ਵੀ ਅੱਜ ਆਪਾਂ ਸਹੂਲਤਾਂ ਵੇਖਦੇ ਪਏ ਆ, ਇਹ ਕਿੱਥੋਂ ਆਈਆਂ?
ਬੰਦੇ ਦੇ ਐਸ ਜਿੰਨੀ ਤਾਕਤ ਬਾਹਰ ਬ੍ਰਹਿਮੰਡ ਸੀ ਉਨੀ ਤਾਕਤ ਬੰਦੇ ਦੇ ਬ੍ਰੇਨ 'ਚ ਸੀ। ਹੁਣ ਪੁਰਾਣਾ ਸਮਾਂ ਸੀ, ਘੋੜੇ ਸੀ, ਊਠ ਸੀ, ਹਾਥੀ ਸੀ। ਅੱਜ ਆਪਾਂ ਕਾਰ 'ਚ ਬਹਿੰਦੇ ਹਾਂ, ਘਰੋਂ ਗਰਾਜ 'ਚੋਂ ਗੱਡੀ 4 ਜੀ ਬਹਿੰਦੇ ਹਾਂ, ਸਲਫ ਮਾਰਦੇ ਹਾਂ, ਬਾਹਰ ਬਾਰਿਸ਼ ਹੋ ਰਹੀ ਹੈ, ਅਸੀਂ ਸੁੱਕੇ ਕੱਪੜੇ ਪਾ ਕੇ ਘਰੋਂ ਬੈਠੇ, ਸੁੱਕੇ ਕੱਪੜੇ ਪਾ ਕੇ 200 ਕਿਲੋਮੀਟਰ ਜਾ ਕੇ ਉਤਰੇ। ਅੰਦਰ ਦਾ ਟੈਂਪਰੇਚਰ, ਬਾਹਰ ਠੰਡ ਹੈ, ਅੰਦਰ ਨਾਰਮਲ ਟੈਂਪਰੇਚਰ ਬੈਠੇ। ਤੁਸੀਂ ਕਹੋਗੇ ਇੱਥੇ ਕੈਨੇਡਾ ਅਮਰੀਕਾ ਦੀ ਵੇਖ ਲਓ, ਵਿਨੀਪੈਗ ਦੀ ਗੱਲ ਕਰ ਲਓ, ਕੈਲਗਰੀ ਦੀ ਗੱਲ ਕਰ ਲਓ, ਜਿੱਥੇ 1.5 2 ਫੁੱਟ ਸਨੋ ਪੈ ਜਾਂਦੀ ਹੈ। ਬੰਦਾ ਕਾਰ ਦੇ ਵਿੱਚ ਬੈਠਾ, ਨਾਰਮਲ ਕੱਪੜੇ ਪਾ ਕੇ ਬੈਠਾ, ਹੀਟ ਹੈ, ਜਾ ਰਿਹਾ। ਕਦੀ ਸੋਚਿਆ ਇਹ ਸਾਧਨ ਕਿੱਥੋਂ ਆਏ? ਦਿਮਾਗ 'ਚੋਂ ਆਏ। ਬੰਦੇ ਦੇ ਐਸ ਜੋ ਬ੍ਰਹਿਮੰਡ ਵਿੱਚ ਤਾਕਤ ਸੀ ਉਹ ਬੰਦੇ ਦੇ ਅੰਦਰ ਸੀ। ਬੰਦੇ ਦੇ ਅੰਦਰ ਦੀ ਤਾਕਤ ਨੇ ਕਿੱਦਾਂ ਦੇ ਸਾਧਨ ਪੈਦਾ ਕਰ ਦਿੱਤੇ। ਸੋਹਣੀਆਂ ਸੋਹਣੀਆਂ ਗੱਡੀਆਂ ਬਣਾਤੀਆਂ, ਏਅਰ ਕੰਡੀਸ਼ਨ ਬਣਾਤੇ। ਨਿੱਕਾ ਜਿਹਾ ਕਿੱਲ ਸੁੱਟੋ ਤੁਸੀਂ ਪਾਣੀ 'ਚ, ਬਾਲਟੀ 'ਚ, ਤੁਹਾਡੇ ਸੁੱਟਦਿਆਂ ਸਾਰ ਜਾ ਕੇ ਬਾਲਟੀ ਦੇ ਥੱਲੇ ਨਾ ਜਾ ਲੱਗਦਾ। ਤੁਸੀਂ ਕਿ ਸਮੁੰਦਰ 'ਚ ਕੋਈ ਕਿੱਲ ਸੁੱਟੋ, ਪੱਤੀ ਸੁੱਟੋ, ਡੁੱਬ ਜਾਂਦਾ। ਵੱਡੇ ਵੱਡੇ ਸ਼ਿਪ, ਕਿੰਨਾ ਮਾਲ, ਕੰਟੇਨਰ, ਟਰੈਕਟਰ, ਗੱਡੀਆਂ ਲੱਦ ਕੇ ਏਦਾਂ ਹਿੱਕ ਚੀਰਦਾ, ਪਾਣੀ ਨੂੰ ਚੀਰਦਾ ਹੋਇਆ ਏਦਾਂ ਜਾ ਰਿਹਾ। ਕਿੱਲ ਪੱਤੀ ਉਹਦੇ ਵਿੱਚ ਠੋਕੇ ਹੋਏ ਨੇ। ਮੱਛੀ ਦੀ ਸ਼ੇਪ ਦਾ ਹੀ ਬਣਿਆ ਹੁੰਦਾ ਨਾ, ਸ਼ੇਪ ਅੱਗੇ ਤਿੱਖਾ, ਪਾਣੀ ਨੂੰ ਚੀਰਦਾ ਜਾਂਦਾ। ਆਪਾਂ ਨਿੱਕੀ ਜਿਹੀ ਚੀਜ਼ ਤਾਂ ਸੁੱਟਦੇ, ਜ਼ਮੀਨ ਤੇ ਡਿੱਗਦੀ ਹੈ। ਪਲੇਨ ਤਾਂ ਉੱਡ ਰਿਹਾ, ਕਿੰਨੀ ਪਬਲਿਕ ਲੈ ਕੇ, ਕਿੰਨਾ ਸਮਾਂ, ਕਦੀ ਦਿਮਾਗ 'ਚ ਆਇਆ? ਕਿਉਂਕਿ ਅੱਜ ਸਾਡੇ ਸਾਹਮਣੇ ਵਾਪਰਦਾ। ਕਦੀ ਆਪਣੇ ਬਜ਼ੁਰਗ ਪੁਰਾਣੇ ਸਮੇਂ 'ਚ ਕੋਈ ਆਂਦਾ ਹੋਏਗਾ ਏਦਾਂ ਦੀ ਕੋਈ ਚੀਜ਼ ਬਣੇਗੀ ਜਿਹ 'ਚ ਬੰਦਾ ਬੋਲੇਗਾ ਵੀ ਤੇ ਫੋਟੋ ਵੀ ਆਏਗੀ। ਉਹ ਜਦੋਂ ਪਹਿਲੀ ਵਾਰ ਕਿਸੇ ਨੇ ਗੱਲ ਕੀਤੀ ਹੋਣੀ, ਉਹ ਜਾ ਕੰਮ ਕਰ ਭਾਈ, ਏਦਾਂ ਹੋ ਸਕਦਾ ਭਾਈ? ਕਿਉਂਕਿ ਅੱਜ ਸਾਡੇ ਸਾਹਮਣੇ ਆ ਗਿਆ। ਹੁਣ ਇਹ ਤੋਂ ਅੱਗੇ ਐਡਵਾਂਸ ਕਿੰਨਾ ਕੁਝ ਸਮਾਜ ਵਿੱਚ ਵਾਪਰੀ ਜਾ ਰਿਹਾ, ਨਵੀਂ ਤੋਂ ਨਵੀਂ ਖੋਜ। ਪਾਤਸ਼ਾਹ ਕਹਿੰਦੇ, ਉਹ ਬੰਦਿਆ, ਜੇ ਸਰੀਰ ਨੂੰ ਸੁੱਖ ਦੇਣ ਵਾਲੇ ਸਾਧਨ ਤੇਰੇ ਇਸ ਬ੍ਰੇਨ ਨੇ ਇੰਨੇ ਪੈਦਾ ਕਰ ਦਿੱਤੇ, ਉਹ ਮਨ ਨੂੰ ਸੁੱਖ ਦੇਣ ਵਾਲੇ ਸਾਧਨ ਕਿਉਂ ਨਹੀਂ ਤੇਰਾ ਮਨ ਪੈਦਾ ਕਰ ਸਕਿਆ? ਉੱਥੇ ਤੂੰ ਭਟਕਦਾ ਫਿਰਦਾ, ਧਾਗੇ ਬੰਨੀ ਫਿਰਦਾ, ਤਵੀਤ ਬੰਨੀ ਫਿਰਦਾ, ਮੁੰਦਰੀਆਂ ਪਾਈ ਫਿਰਦਾ, ਲੋਕਟ ਪਾਈ ਫਿਰਦਾ। ਆਹ ਗ੍ਰਹਿ ਨੇ ਆਹ ਨੁਕਸਾਨ ਕਰਤਾ। ਜਿੰਨੀ ਤਾਕਤ ਤੂੰ ਸਰੀਰ ਨੂੰ ਸੁੱਖ ਦੇਣ ਲਈ ਪੈਦਾ ਕੀਤੀ ਸੀ, ਕਿਤੇ ਉਹਦੇ 'ਚੋਂ 5-7% ਵੀ ਮਨ ਨੂੰ ਸੁੱਖ ਦੇਣ ਤੇ ਲਾਈ ਹੁੰਦੀ ਤੇ ਅੱਜ ਤੂੰ ਅੰਦਰੋਂ ਦੁਖੀ ਨਾ ਹੁੰਦਾ। ਅੱਜ ਮਾਰਿਆ ਪਿਆ। ਬੜੇ ਬੜੇ ਬੰਦੇ ਪਰੇਸ਼ਾਨ, ਡਿਪਰੈਸ਼ਨ ਦੇ ਸ਼ਿਕਾਰ। ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ, ਜੋ ਖੋਜੈ ਸੋ ਪਾਵੇ। ਖੋਜੋ। ਹੁਣ ਸਮੁੰਦਰ ਦੇ ਭਾਈ ਗੁਰਦਾਸ ਜੀ ਨੇ ਮੈਂ ਥੋੜਾ ਆਖਿਆ ਸੀ, ਜੈਸੇ ਤੋਂ ਸਕਲ ਨਿਧ ਪੂਰਨ ਸਮੁੰਦਰ ਵਿਖੇ ਹੰਸ ਮਰ ਜੀਵਾ ਨਿਸ਼ਚੈ ਪ੍ਰਸਾਦ ਪਾਵੇ। ਭਾਈ ਗੁਰਦਾਸ ਜੀ ਕਹਿੰਦੇ, ਮੈਂ ਇੱਕ ਬੰਦੇ ਨੂੰ ਕਿਹਾ, ਸਮੁੰਦਰ ਵਿੱਚ ਬੜੇ ਕੀਮਤੀ ਪਦਾਰਥ ਨੇ, ਬਹੁਤ ਹੀਰੇ ਜਵਾਹਰਾਤ ਨੇ। ਸਾਰੀ ਦਿਹਾੜੀ ਬੰਦਾ ਘੁੰਮਦਾ ਰਿਹਾ। ਘੁੰਮਣ ਤੋਂ ਬਾਅਦ ਸ਼ਾਮਾਂ ਨੂੰ ਆਣ ਕਹਿੰਦਾ, ਭਾਈ ਸਾਹਿਬ ਤੁਸੀਂ ਝੂਠ ਬੋਲਦੇ ਜੇ, ਮੈਂ ਤਾਂ ਸਾਰੀ ਦਿਹਾੜੀ ਘੁੰਮ ਘੁਮਾ ਕੇ ਆ ਗਿਆ, ਮੈਨੂੰ ਮਿਲਿਆ ਕੱਖ ਨਹੀਂ। ਕਹਿੰਦਾ, ਕਮਲਿਆ, ਬਾਹਰ ਥੋੜਾ ਘੁੰਮਣ ਨਾਲ ਮਿਲਣਾ ਸੀ, ਉਹਦੇ ਗਹਿਰਾਈ ਜਾਣਾ ਪੈਣਾ। ਸਮੁੰਦਰਾਂ ਤੋਂ ਕਈ ਕੰਟਰੀਆਂ ਸਮੁੰਦਰ ਤੋਂ ਰੋਟੀ ਖਾਂਦੀਆਂ ਨੇ, ਪਰਿਵਾਰ ਪਲਦੇ ਨੇ ਸਮੁੰਦਰ ਤੋਂ, ਉਹਨਾਂ ਦੀ ਰੋਜੀ ਰੋਟੀ ਸਮੁੰਦਰ ਤੇ ਟਿਕੀ ਹੋਈ ਹੈ। ਤੂੰ ਵਿੱਚ ਜਾਂਦਾ ਸਭ ਕੁਝ ਮਿਲ ਜਾਂਦਾ। ਇੱਦਾਂ ਹੀ ਗੁਰਬਾਣੀ ਸਾਗਰ ਹੈ, ਸਮੁੰਦਰ ਹੈ। ਇੱਕ ਬਾਹਰੋਂ ਪਰਿਕਰਮਾ ਕਰਕੇ ਮੁੜ ਜਾਂਦਾ। ਇਹ ਕਹਿੰਦਾ, ਨਹੀਂ, ਇੱਦਾਂ ਨਹੀਂ ਗੱਲ ਬਣਨੀ। ਰੁਮਾਲਾ ਚੱਕ ਕੇ ਤੇ ਚੁੱਭੀ ਲਾਉਣੀ ਪੈਣੀ ਹੈ, ਇਹ 'ਚੋਂ ਖੋਜਣਾ ਪੈਣਾ ਤੇ ਖੋਜੀ ਉਪਜੈ। ਅੱਗੇ ਵਾਦੀ ਬਿਨਸੈ। ਖੋਜ ਕਰਨ ਵਾਲਾ ਅੱਗੇ ਜਾਂਦਾ, ਵਾਦਾਂ 'ਚ ਪੈਣ ਵਾਲਾ ਉੱਥੇ ਟਿਕਿਆ ਰਹਿੰਦਾ। ਖੋਜ ਕਰੋ। ਜਿਹੜੇ ਬੱਚੇ ਇੰਟੈਲੀਜੈਂਟ ਹੁੰਦੇ ਉਹ ਕਿਤਾਬਾਂ ਦੇ ਵਿੱਚੋਂ ਦੀ ਲੰਘ ਜਾਂਦੇ ਆ, ਕਿਤਾਬਾਂ ਨੂੰ ਚੀਰਦੇ ਆ। ਜੇ ਕੱਲੀਆਂ ਘਰਾਂ 'ਚ ਕਿਤਾਬਾਂ ਰੱਖਣ ਨਾਲ ਐਡਵੋਕੇਟ ਬਣਿਆ ਜਾਂਦਾ ਨਾ, ਤੇ ਫਿਰ ਜਿਹੜੇ ਵਕੀਲ ਬਣੇ ਉਹਨੂੰ ਬੰਦਾ ਕਹਿੰਦਾ, ਕਿੰਨੇ ਦੀਆਂ ਕਿਤਾਬਾਂ ਪੜ੍ਹੀਆਂ? ਅਗਲਾ ਕਹਿੰਦਾ 2 ਲੱਖ ਦੀਆਂ। ਕਹਿੰਦਾ, ਆਹ ਚੱਕ 2.5 ਮੈਨੂੰ ਦੇ। ਉਹ ਕਹੇਗਾ, ਇੱਦਾਂ ਥੋੜਾ ਵਕੀਲ ਬਣਿਆ ਜਾਣਾ। ਇਹ ਕੱਲੀ ਕਿਤਾਬ ਦੇ ਵਿੱਚੋਂ ਦੀ ਲੰਘਿਆ ਮੈਂ। ਕਿਤਾਬ 'ਚ ਜੋ ਲਿਖਿਆ ਇੱਥੇ ਪਹਿਲਾਂ ਲਿਖਿਆ ਮੈਂ, ਉਹਦੇ ਵਿੱਚੋਂ ਦੀ ਲੰਘਿਆ ਵਾਂ। ਕਿਹੜਾ ਕਾਨੂੰਨ, ਕਿਹੜੀ ਧਾਰਾ, ਮੈਨੂੰ ਇੱਕ ਇੱਕ ਗੱਲ ਦਾ ਪਤਾ ਵਾ, ਤਾਂ ਜਾ ਕੇ ਮੈਂ ਇੱਥੇ ਪਹੁੰਚਿਆ ਵਾਂ। ਤੇ ਅੱਜ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਬਾਹਰੀ ਤੌਰ ਤੇ ਮੱਥਾ ਟੇਕ ਰਿਹਾ, ਪੂਜਾ ਕਰ ਰਿਹਾ ਵਾਂ, ਪਰ ਇਹਦੇ ਵਿੱਚ ਤੇ ਉਤਰੇ ਨਹੀਂ। ਜਪਜੀ ਸਾਹਿਬ ਦੀਆਂ 38 ਪੌੜੀਆਂ, ਕਿਸੇ ਨੂੰ 2 ਤੁਕਾਂ ਪੁੱਛ ਕੇ ਵੇਖ ਲਓ। ਅਗਲਾ ਕਹਿੰਦਾ, ਤੂੰ ਕੌਣ ਹੋਣਾ ਮੈਨੂੰ ਪੁੱਛਣ ਵਾਲਾ? ਵੇ ਉਹ ਭਾਈ, ਅਸੀਂ ਕੁਝ ਨਹੀਂ ਹੁੰਦੇ, ਅਸੀਂ ਪਰ ਇਹ ਕਹਿੰਦੇ ਆ, ਇਹਨੂੰ ਪੜ੍ਹੋ, ਸਮਝੋ, ਵਿਚਾਰੋ। ਗੁਰੂ ਐਸਾ ਵੀ ਨਹੀਂ ਕਿ ਬੰਦਾ ਆਪਣੇ ਅੰਦਰ ਇਹ ਸਿੱਖ ਨਹੀਂ ਸਕਦਾ, ਪਰ ਅਸੀਂ ਇਹ ਵਿਸ਼ਾ ਜ਼ਰੂਰੀ ਸਮਝਿਆ ਹੀ ਨਹੀਂ। ਅਸੀਂ ਸਮਝਿਆ ਸਾਡਾ ਵਿਸ਼ਾ ਹੈ ਹੀ ਨਹੀਂ। ਅਸੀਂ ਭਟਕ ਰਹੇ ਹਾਂ, ਕੁਰਾਏ ਪਏ ਹੋਏ, ਮਾਨਸਿਕ ਤੌਰ ਤੇ ਅਪਸੈਟ ਹਾਂ। ਜੇ ਅਸੀਂ ਰੋਜ਼ ਇੱਕ ਇੱਕ ਪੰਕਤੀ ਨੂੰ ਵੀ ਆਪਣੇ ਮਨ ਨਾਲ ਵਿਚਾਰਨਾ ਸ਼ੁਰੂ ਕਰੀਏ ਤੇ ਸਾਨੂੰ ਆਤਮਿਕ ਟਿਕਾ, ਆਤਮਿਕ ਸੁੱਖ ਆਪਣੇ ਅੰਦਰੋਂ ਹੀ ਪ੍ਰਾਪਤ ਹੋ ਜਾਏਗਾ। ਭੀਤਰ ਅਗਨ ਬਨਸਪਤ ਮੌਲੀ, ਸਾਗਰ
ਪੰਡੇ ਪਾਇਆ। ਕਹਿੰਦੇ ਜਿੱਦਾਂ ਬਾਹਰ ਸਮੁੰਦਰ ਵਿੱਚ ਵੇਖਿਆ ਨਾ ਸੁਨਾਮੀਆਂ ਆਉਂਦੀਆਂ, ਜਾਪਾਨ 'ਚ ਆਈ ਸੀ, ਸੁਨਾਮੀਆਂ ਆਉਂਦੀਆਂ, ਕੰਟਰੀਆਂ ਦੀਆਂ ਕੰਟਰੀਆਂ ਤਬਾਹ ਹੋ ਜਾਂਦੀਆਂ ਨੇ, ਲਾਵਾ ਫੁੱਟਦਾ ਹੈ। ਪਾਤਸ਼ਾਹ ਕਹਿੰਦੇ ਜਿਵੇਂ ਸਮੁੰਦਰ 'ਚ ਲਾਵਾ ਫੁੱਟਦਾ, ਸੁਨਾਮੀਆਂ ਆਉਂਦੀਆਂ ਨਾ, ਬੰਦੇ ਦੇ ਅੰਦਰ ਵੀ ਸਮੁੰਦਰ ਹੈ, ਇਹ 'ਚੋਂ ਵੀ ਲਾਵਾ ਫੁੱਟਦਾ ਹੈ। ਕਦੋਂ? ਜਦੋਂ ਕ੍ਰੋਧ ਦਾ ਲਾਵਾ ਫੁੱਟਦਾ ਹੈ, ਲਾਲਚ ਦਾ ਲਾਵਾ ਫੁੱਟਦਾ ਹੈ, ਕਾਮ ਵਾਸ਼ਨਾਵਾਂ ਦੀ ਸੁਨਾਮੀ ਆਉਂਦੀ ਹੈ, ਰੋੜ ਕੇ ਖੜਦੀ ਪਰਿਵਾਰ ਨੂੰ ਕਿ ਨਹੀਂ ਖੜਦੀ। ਇੱਕ ਪਰਿਵਾਰ ਦਾ ਜੀ ਗਲਤੀ ਕਰਦਾ, ਦੂਜਾ ਆਪਣੀ ਜੀਵਨ ਲੀਲਾ ਖਤਮ ਕਰਦਾ, ਬੱਚੇ ਖਤਮ ਹੋ ਜਾਂਦੇ, ਪੂਰਾ ਪਰਿਵਾਰ। ਆਏ ਦਿਨ ਖਬਰਾਂ ਪੜ੍ਹਦੇ ਹਾਂ ਜਿੱਥੇ ਇੱਕ ਬੰਦੇ ਨੇ ਪਹਿਲਾਂ ਬੱਚਿਆਂ ਨੂੰ ਗੋਲੀ ਮਾਰੀ, ਵਾਈਫ ਨੂੰ ਮਾਰੀ, ਫਿਰ ਆਪਣੇ ਆਪ ਨੂੰ ਮਾਰ ਲਈ। ਅਕਸਰ ਤੇ ਕੋਈ ਸੁਨਾਮੀ ਆਈ ਆ ਨਾ, ਅਕਸਰ ਤੇ ਕੋਈ ਲਾਵਾ ਫੁੱਟਿਆ ਨਾ। ਪਾਤਸ਼ਾਹ ਜੀ ਕਹਿੰਦੇ ਉਹ ਬੰਦਿਆ, ਬਾਹਰ ਦੀਆਂ ਸੁਨਾਮੀਆਂ ਤੇ ਤੂੰ ਨਹੀਂ ਰੋਕ ਸਕਦਾ, ਹਾਂ ਅੰਦਰ ਦੀ ਸੁਨਾਮੀ ਤੇ ਤੇਰੇ ਆਪਣੇ ਹੱਥ ਵੱਸ ਹੈ ਕਿ ਨਹੀਂ ਹੈ। ਇਹ ਲਾਵਾ ਜਿਹੜਾ ਬਾਹਰ ਦਾ ਲਾਵਾ ਫੁੱਟ ਰਿਹਾ ਉਹ ਤੇਰੇ ਵੱਸੋਂ ਬਾਹਰ ਹੈ, ਬੜਾ ਅੰਦਰ ਲਾਵਾ ਫੁੱਟਦਾ, ਇਹਨੂੰ ਤੇ ਤੂੰ ਰੋਕ ਸਕਦਾ ਹੈ ਨਾ। ਭੀਤਰ ਅਗਨ, ਸਾਰੇ ਬੋਲੋ, ਭੀਤਰ ਅਗਨ ਸਾਗਰ ਚੰਦ ਸੂਰਜ ਦੋਏ ਘਰ ਹੀ ਭੀਤਰ। ਅੱਛਾ, ਇੱਕ ਚੰਦਰਮਾ ਬਾਹਰ ਹੈ, ਸੂਰਜ ਬਾਹਰ ਹੈ। ਵੈਸੇ ਤਾਂ ਕਿਤੇ ਇੰਦ ਚੰਦ ਸੂਰਜ ਬਣ 'ਚ ਲਿਖਿਆ, ਪਤਾ ਨਹੀਂ ਕਿੰਨੇ ਚੰਦਰਮਾ ਤੇ ਕਿੰਨੇ ਸੂਰਜ ਨੇ, ਪਰ ਪਾਤਸ਼ਾਹ ਕਹਿੰਦੇ ਨੇ ਬਾਹਰ ਚੰਦਰਮਾ ਤੇ ਸੂਰਜ ਹੈਗੇ ਨੇ, ਬੰਦੇ ਦੇ ਅੰਦਰ ਵੀ ਹੈਗੇ ਨੇ। ਭੀਤਰ ਅਗਨ ਬਨਸਪਤ ਮੌਲੀ ਸਾਗਰ ਪੰਡੇ ਪਾਇਆ, ਚੰਦ ਸੂਰਜ ਦੋਏ ਘਰ ਹੀ ਭੀਤਰ। ਬੰਦੇ ਦੇ ਘਰ ਵਿੱਚ ਹੀ ਦੋ ਹੈਗੇ ਆ। ਚੰਦਰਮਾ ਕੀ ਆ? ਠੰਡਕ, ਸਹਿਣਸ਼ੀਲਤਾ। ਚੰਦਨ ਜਿਹੜਾ ਹੁੰਦਾ, ਸੂਰਜ ਹੁੰਦਾ ਜਿਹੜਾ, ਉਹ ਹੁੰਦਾ ਤੇਜ। ਬੰਦੇ ਦੇ ਅੰਦਰ ਕੰਮ ਕਰਨ ਦੀ ਜਿਹੜੀ ਕਲਾ, ਉਹ ਸੂਰਜ ਵਰਗੀ ਕਲਾ ਹੈ। ਜਿਵੇਂ ਸੂਰਜ ਜਦੋਂ ਚੜ੍ਹਦਾ ਨਾ ਸਵੇਰੇ, ਰੌਸ਼ਨੀ ਆਉਂਦੀ ਆ, ਸੂਰਜ ਕਹਿੰਦਾ ਬੰਦ ਕਰ ਦਿਓ ਲਾਈਟਾਂ ਗੱਡੀਆਂ ਵਾਲਿਓ, ਘਰਾਂ ਦੀਆਂ ਰੌਸ਼ਨੀਆਂ ਬੰਦ ਕਰ ਦਿਓ। ਮੇਰੇ ਹੁੰਦਿਆਂ ਹੁਣ ਤੁਹਾਨੂੰ ਆਪਣੀਆਂ ਘਰ ਦੀਆਂ ਲਾਈਟਾਂ ਜਗਾਉਣ ਦੀ ਲੋੜ ਨਹੀਂ ਹੈ। ਤੇਜ ਪ੍ਰਤਾਪ, ਯਾਨੀ ਕਿ ਬੰਦੇ ਵਿੱਚ ਕਲਾ ਹੈ, ਕੰਮ ਕਰਨ ਦੀ ਕਲਾ, ਹੁਨਰ। ਤੁਸੀਂ ਵੇਖੋ ਨਾ ਕਈਆਂ ਬੰਦਿਆਂ 'ਚ ਕਿੰਨੀ એનર્ਜੀ ਹੁੰਦੀ ਹੈ, ਉਹ ਵਿਹਲੇ ਬਹਿ ਨਹੀਂ ਸਕਦੇ, ਉੱਡਦੇ ਫਿਰਦੇ ਆ, ਕਿਉਂਕਿ ਉਹਨਾਂ ਨੇ ਆਪਣੇ ਅੰਦਰ ਦੇ ਸੂਰਜ ਨੂੰ ਪਹਿਚਾਣ ਲਿਆ। ਉਹ ਆਪਣੇ ਅੰਦਰ ਦੇ ਸੂਰਜ ਨਾਲ ਸਾਂਝ ਪਾ ਕੇ, ਹੁਨਰ ਹੈ, ਕੰਮ ਕਰਨ ਦੀ ਕਲਾ ਹੈ, ਉਦਮ ਜਿਹਨੂੰ ਆਪਾਂ ਕਹਿ ਸਕਦੇ ਹਾਂ, ਉਦਮ ਸਾਡੇ ਅੰਦਰ ਦਾ ਸੂਰਜ ਹੈ। ਤੇ ਚੰਦਰਮਾ ਕੀ ਹੈ? ਸਾਡੇ ਅੰਦਰ ਦੀ ਸਹਿਣਸ਼ੀਲਤਾ। ਚੰਦਰਮਾ ਠੰਡਾ ਹੁੰਦਾ ਹੈ, ਕਿਸੇ ਦੀ ਗੱਲ ਨੂੰ ਜਰਨਾ। ਬੰਦੇ ਦੇ ਅੰਦਰ ਚੰਦਰਮਾ ਵੀ ਹੈ, ਬੰਦੇ ਦੇ ਅੰਦਰ ਸੂਰਜ। ਆ ਹੁਣ ਐਜੂਕੇਸ਼ਨ ਦਾ ਯੁੱਗ ਹੈ, ਬੱਚੇ ਧੀਆਂ ਪੁੱਤ ਪੜ੍ਹ ਗਏ। ਅੱਜ ਤੋਂ ਕੁਝ ਸਮਾਂ ਪਹਿਲਾਂ ਨਾ, ਪੂਰਨਮਾਸ਼ੀ ਤੋਂ, ਮੱਸਿਆ ਤੋਂ ਬਾਅਦ, ਜਦੋਂ ਅਮਾਵਸ ਦੀ ਰਾਤ ਲੰਘਣੀ ਤੇ ਮੱਸਿਆ ਦੀ ਰਾਤ ਤੋਂ 10, 5, 7 ਦਿਨ ਬਾਅਦ ਜਦੋਂ ਪਹਿਲੀ ਵਾਰ ਚੰਦਰਮਾ ਦਿਖਾਈ ਦੇਣਾ ਨਾ, ਤੇ ਭੋਲੀਆਂ ਮਾਵਾਂ ਨੇ ਕਹਿਣਾ ਚੰਦ ਮਾਮਾ ਨੂੰ ਮੱਥਾ ਟੇਕੋ, ਜਾਣੀ ਕਿ ਪਹਿਲੀ ਵਾਰੀ ਚੰਦਰਮਾ ਦਿਸਿਆ, ਉਹਨੂੰ ਮੱਥਾ ਟੇਕੋ। ਸਾਡੇ ਬਹੁਤੇ ਚੰਦਰਮਾ ਨੂੰ ਮਾਮਾ ਕਹਿ ਕੇ ਮੱਥੇ ਟੇਕ ਟੇਕ ਹੀ ਮਰ ਗਏ। ਇਹ ਨਹੀਂ ਦੱਸਿਆ ਵੀ ਨਿਆਣਿਆਂ ਦਾ ਜਿਹੜਾ ਅਸਲੀ ਮਾਮਾ ਜਦੋਂ ਆਵੇ ਉਦੋਂ ਚਾਅ ਦੇ ਨਾਲ ਮਿਲੋ ਉਹਨੂੰ। ਦੁਨਿਆਵੀ ਨਿਆਣਿਆਂ ਦੇ ਮਾਮਿਆਂ ਵੱਲ ਵੇਖ ਕੇ ਮੱਥੇ ਤੇ ਤਿਉੜੀਆਂ ਪਾ ਲੀਆਂ। ਹਜ਼ਾਰਾਂ ਯੋਜਨ ਜਿਹੜਾ ਦੂਰ ਚੰਦਰਮਾ ਸੀ, ਉਹਨੂੰ ਮੱਥੇ ਟੇਕ ਟੇਕ ਕੇ ਮਰ ਗਏ। ਇੱਥੇ ਵਸਣਾ ਨਹੀਂ ਆਇਆ। ਇੱਥੇ ਬਹੁਤੇ ਟਾਵੇਂ ਨਿਆਣੇ ਆ ਜਿਹੜੇ ਮਾਮਿਆਂ ਨੂੰ ਮਿਲ ਕੇ ਜੱਫੀ ਪਾ ਕੇ ਚਾਅ ਚੜ੍ਹਦਾ। ਨਹੀਂ ਤੇ ਬਹੁਤੇ ਪਤਾ ਕਹਿੰਦੇ ਵਿਆਹ ਤੇ ਬੁਲਾਇਆ ਨਹੀਂ ਮਾਮਿਆਂ ਨੂੰ, ਕਹਿੰਦੇ ਉਹਨਾਂ ਨਾਲ ਸਾਡੀ ਉਧਰੋਂ ਆਵਾਜ਼ ਆਈ, ਵੇਖੋ, ਉਹਨਾਂ ਨਾਲ ਸਾਡੀ ਬਣਦੀ ਨਹੀਂ, ਸਾਡੀ ਉਹਨਾਂ ਨਾਲ ਬੋਲੋ ਜੀ ਬਣਦੀ ਨਹੀਂ। ਅੱਛਾ, ਜਿਹੜਾ ਰਿਸ਼ਤਿਆਂ ਦਾ ਮਾਮਾ ਸੀ, ਨਿਆਣਿਆਂ ਦਾ ਜਵਾਕ ਸੀ, ਬਣਨੀ ਕਿੱਥੋਂ ਸੀ? ਜਾਂ ਤੁਸੀਂ ਉਹਨੂੰ ਵੱਧ ਖਾ ਲਿਆ ਜਾਂ ਉਹਨੇ ਤੁਹਾਨੂੰ ਵੱਧ ਖਾ ਲਿਆ। ਗੱਲ ਤੇ ਇਹੋ ਹੀ ਹੋਣੀ ਹੈ। ਜਾਂ ਕਿਤੇ ਤੁਸੀਂ ਉਹਨੂੰ ਦਾਲ ਆਤਾ ਜਾਂ ਕਿਤੇ ਉਹਨੇ ਤੁਹਾਨੂੰ ਦਾਲ ਆਤਾ। ਪ੍ਰੋਬਲਮਾਂ ਤੇ ਇਹੋ ਹੀ ਨੇ। ਤੇ ਗੁਰਦੁਆਰੇ ਆਣ ਕੇ ਕਹੀ ਜਾਣਾ ਨਾਨਕ ਨਾਮ ਚੜ੍ਹਦੀ ਕਲਾ, ਸਰਬੱਤ ਦਾ ਭਲਾ। ਉਹ ਭਲਿਓ ਛੱਡੋ, ਨਾ ਇੱਥੇ ਕੋਈ ਲੈ ਕੇ ਗਿਆ, ਨਾ ਕਿਸੇ ਨੇ ਲੈ ਕੇ ਜਾਣਾ, ਪਰ ਚੰਗੀ ਵਿਚਾਰ ਜ਼ਿੰਦਗੀ 'ਚ ਜੀਓ, ਚੰਗੇ ਗੁਣ ਜ਼ਿੰਦਗੀ 'ਚ। ਤੁਸੀਂ ਗੁਰਦੁਆਰੇ ਆਣ ਕੇ ਸੇਵਾਦਾਰ ਨੂੰ ਵੀ ਖੁਸ਼ ਹੋ ਕੇ ਬੋਲਦੇ ਹੋ ਨਾ, ਜਿੱਦਣ ਮੈਂ ਮਰ ਗਿਆ ਪਤਾ ਕਹਿਣਾ ਉਹ ਬੰਦੇ ਬੜੇ ਗੁਰਦੁਆਰੇ ਆਉਂਦੇ ਸੀ, ਪਰ ਉਹ ਸਰਦਾਰ ਵਰਗਾ ਕੋਈ ਨਹੀਂ ਹੋਣਾ ਜਿਹੜਾ ਮੈਨੂੰ ਜੱਫੀ ਪਾ ਕੇ ਮਿਲ ਕੇ ਜਾਂਦਾ ਸੀ। ਜੇ ਮੈਂ ਗੱਡੀ 'ਚੋਂ ਆਕੜ ਕੇ ਬਾਹਰ ਉਤਰਾਂਗਾ, ਮੇਰੀ ਆਕੜ ਹੈ, ਮੇਰੀ ਗੱਡੀ ਹੈ, ਅਗਲੇ ਨੇ ਵਿੱਚੋਂ ਕੀ ਲੈਣਾ? ਪਰ ਅਗਲਾ ਕਹੇਗਾ ਉਹ ਚਲਾ ਗਿਆ। ਇੱਥੇ ਬੜੇ ਬੜੇ ਧੌਲਾਰ ਮੈਂ ਜ਼ਮੀਨ ਤੇ ਡਿੱਗਦੇ ਵੇਖੇ ਨੇ। ਗੁਰੂ ਨਾਨਕ ਸਾਹਿਬ ਦਾ ਵਾਕ ਹੈ, ਜਦੋਂ ਸ਼ਲੋਕ ਵਾਰਾਂ ਤੇ ਵਧੀਕ ਸ਼ੁਰੂ ਹੁੰਦੇ ਨੇ, ਇੱਕ ਨੌ ਵਿਆਹੀ ਆਈ, ਉਹਨੇ ਸੱਸ ਦਾ ਅਦਬ ਨਾ ਕੀਤਾ। ਦੂਜੀ ਕਹਿੰਦੀ ਭੈਣੇ ਸੱਸ ਅੱਗੇ ਝੁਕੀ ਨਹੀਂ, ਸਤਿਕਾਰ ਨਹੀਂ ਕੀਤਾ। ਕਹਿੰਦੀ ਕੀ ਕਰਾਂ? ਉਤੰਗੀ ਪਹਿਰੀ ਗਹਿਰੀ ਗੰਭੀਰੀ ਸੱਸੜ ਸੂਈਆ ਕਿਵੇਂ ਕਰਨੀ? ਨਿਵਣ ਨਾ ਜਾਏ ਥਣੀ, ਮੇਰੀ ਜਵਾਨੀ ਝੁਕਣ ਨਹੀਂ ਦਿੰਦੀ। ਅੱਗੇ ਦੂਜੀ ਸਹੇਲੀ ਨੇ ਆਖਿਆ ਇਹ 1410 ਨੰਬਰ ਅੰਕ 'ਚ ਜਾ ਕੇ ਪੜ੍ਹਿਓ ਭੈਣੋ,
ਅੱਗੇ ਦੂਜੀ ਸਹੇਲੀ ਨੇ ਜਵਾਬ ਦਿੱਤਾ, ਭੈਣੇ ਗੱਚ ਤੇ ਲੱਗਾ ਗਿੜਵੜੀ, ਛੇਪ ਹੀ ਢੈਂਦੇ ਡਿੱਠ ਮੈਂ ਸਖੀਏ ਧੌ ਲਰੀ। ਭੈਣੇ ਜਵਾਨੀ ਤੇ ਅੱਜ ਹੈ ਕੱਲ ਨਹੀਂ ਰਹਿਣੀ, ਮੈਂ ਤਾਂ ਉਹ ਵੱਡੇ ਵੱਡੇ ਮਹੱਲ ਜਿਹੜੇ ਅਸਮਾਨ ਨੂੰ ਸੂੰਹਦੇ ਸੀ ਉਹ ਜ਼ਮੀਨ ਤੇ ਡਿੱਗਦੇ ਵੇਖੇ, ਜਵਾਨੀ ਤੇ ਕੱਲ ਨੂੰ ਖਤਮ ਹੋ ਜਾਣੀ ਹੈ। ਅਦਬ, ਪਿਆਰ, ਮੁਹੱਬਤ, ਸਨੇਹ। ਆ ਬਾਹਰ ਦੇ ਕੰਟਰੀਆਂ 'ਚ ਲੀਡਰ ਨਾ ਪਬਲਿਕ ਨਾਲ ਪਿਆਰ ਨਾਲ ਰਹਿੰਦੇ ਆ, ਸਾਡੇ ਪਤਾ ਕਦੋਂ ਰਹਿੰਦੇ ਆ? ਜਦੋਂ ਵੋਟਾਂ ਆਉਣ ਵਾਲੀਆਂ ਹੋਣ। ਬੋਲੋ ਜੀ, ਜਦੋਂ ਵੋਟਾਂ ਆਉਣ ਵਾਲੀਆਂ ਹੋਣ ਨਾ, ਫਿਰ ਕਿਸੇ ਦੀ ਬੰਬੀ ਤੇ ਜਾ ਕੇ ਰੋਟੀ ਖਾਣਗੇ, ਫਿਰ ਜਾ ਕੇ ਨਲੀ ਵਗਦੀ ਜਵਾਕਾਂ ਨਾਲ ਵੀ ਸੈਲਫੀਆਂ ਲਾਉਂਦੇ ਆ ਲੱਭ ਲੱਭ ਕੇ। ਵਸ ਨਹੀਂ ਚੱਲਦਾ, ਪੁੰਝਣ ਵੀ ਬਾਈ ਆਉਣ ਵਾਲੀ ਹੈ, ਲੰਮੇ ਪੈਂਦੇ। ਪਰ ਬਾਹਰਲੇ ਉਲਟ ਨੇ, ਉਹ ਕਹਿੰਦੇ ਨਹੀਂ ਅਸੀਂ ਪਬਲਿਕ ਦੇ ਸਿਰ ਤੇ ਬਣੇ ਆ, ਸਾਡਾ ਫਰਜ਼ ਬਣਦਾ ਪਹਿਲਾਂ ਇਹਨਾਂ ਨੂੰ ਲੰਘਣ ਦਿਓ। ਸਾਡਾ ਉਲਟਾ, ਲੀਡਰ ਦੀ ਗੱਡੀ ਆਉਂਦੀ ਹੈ ਚੀਕਾਂ ਮਾਰਦੀ, ਰਿਕਸ਼ੇ ਵਾਲੇ ਨੂੰ ਕਹਿੰਦੇ ਪਰਾਂ ਹੋ ਜਾ। ਇਹ ਨਹੀਂ ਪਤਾ ਇਹਦੀ ਆਖਰੀ ਵੋਟ ਨਾਲ ਹੀ ਤੂੰ ਮੰਤਰੀ ਬਣੇ, ਅਗਲੇ ਵਾਰ ਨਾ ਪਈ ਤੇ ਸਾਹ ਖਿੱਚ ਲੈਣੇ ਇਹਨੇ ਤੇਰੇ ਵਿੱਚੋਂ। ਜ਼ਿੰਦਗੀ ਜਿਉਣੀ ਸਿੱਖੀਏ, ਇੱਥੇ ਨਾ ਕੋਈ ਲੈ ਕੇ ਆਇਆ ਹੈ, ਨਾ ਕਿਸੇ ਨੇ ਲੈ ਕੇ ਜਾਣਾ ਹੈ। ਯਾਦ ਰਹਿਣਾ ਜਿਹੜਾ ਪਿਆਰ ਨਾਲ ਬੋਲਦਾ ਹੈ। ਤੁਹਾਡੇ ਘਰ ਕੰਮ ਕਰਨ ਵਾਲੀ ਆਉਂਦੀ ਹੈ, ਘਰ 'ਚ 15 ਜੀ ਨੇ, ਘਰ 'ਚ 2 ਜੀ ਨੇ, ਘਰ 'ਚ 3 ਜੀ ਨੇ, ਜਿਹੜਾ ਉਹਦੀ ਸਿਹਤ ਤੋਂ ਅੰਦਾਜ਼ਾ ਲਾ ਕੇ ਨਾ ਅੱਜ ਠੀਕ ਨਹੀਂ ਲੱਗਦੀ, ਪਹਿਲਾਂ ਮੈਂ ਕੌਫੀ ਬਣਾ ਕੇ ਦੇਵਾਂ, ਆ ਟੈਬਲੇਟ ਦਾ, ਤੁਸੀਂ 2 ਦਿਨ ਬਾਹਰ ਚਲ ਜਾਓ ਨਾ, ਉਹ ਤੁਹਾਨੂੰ ਯਾਦ ਕਰਦੀ ਵੀ ਉਸ ਬੀਬੀ ਨਾਲ ਦੀ ਘਰ 'ਚ ਬੀਬੀ ਹੈ। ਕਿਉਂ ਭੈਣੋ ਇੱਦਾਂ ਹੀ? ਤੇ ਜਿਹਨੂੰ ਸਿਰਫ ਆਪਣਾ ਕੰਮ ਹੀ ਦੇਦਾ ਵੀ ਤੂੰ ਆਹ ਨਹੀਂ ਕੀਤਾ, ਆਹ ਨਹੀਂ ਕੀਤਾ, ਆਹ ਨਹੀਂ ਕੀਤਾ, ਤੇ ਉਹਦਾ ਕਹਿੰਦਾ ਮੈਂ ਸੁਖਮਨੀ ਸਾਹਿਬ ਦੇ 2 ਪਾਠ ਰੋਜ਼ ਕਰਦੀ ਹਾਂ, ਮੈਂ ਰੋਜ਼ ਸੁਖਮਨੀ ਸਾਹਿਬ ਦਾ ਇੰਨੇ ਪੜ੍ਹਾ। ਦਿਲ ਤੇ ਦੁਖਾਤਾ ਗਰੀਬਣੀ ਦਾ। ਮਾਈਆਂ ਹੱਸਦੀਆਂ, ਪਤਾ ਸਾਰਾ ਘਰ ਘਰ ਕੀ ਕਹਾਣੀ ਹੈ ਨਾ। ਸਾਨੂੰ ਵੇਖ ਕੇ ਨਾਟਕ ਬਣੇ ਨੇ, ਗੁੱਸਾ ਨਾ ਮਨਾਇਓ, ਹਕੀਕਤ ਹੈ। ਜਿੱਦਣ ਅਸੀਂ ਜ਼ਮੀਨ ਤੇ ਆਣ ਕੇ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੱਤੀ, ਬਾਬਾ ਨਾਨਕ ਭਾਈ ਲਾਲੋ ਨੇ ਸੱਦਾ ਨਹੀਂ ਸੀ ਦਿੱਤਾ ਗੁਰੂ ਨਾਨਕ ਸਾਹਿਬ ਨੂੰ। ਜਦੋਂ ਗੁਰੂ ਨਾਨਕ ਸਾਹਿਬ ਜਾ ਕੇ ਭਾਈ ਲਾਲੋ ਨੂੰ ਜੱਫੀ ਪਾਉਂਦੇ ਨੇ, ਭਾਈ ਲਾਲੋ ਕਹਿੰਦਾ ਉਹੋ ਹੀ ਬਾਬਾ ਹੈ ਜਿਹਦੀਆਂ ਗੱਲਾਂ ਸੁਣਦਾ ਸੀ ਜੀ, ਉਹੋ ਹੀ ਬਾਬਾ ਹੈ। ਬਾਬਾ ਜਾ ਅੱਜ ਤੋਂ ਬਾਅਦ ਤੇਰਾ ਹੋ ਗਿਆ ਮੈਂ। ਸਾਡੇ ਬੰਦੇ ਕਿਉਂ ਨਹੀਂ ਹੁੰਦੇ? ਕਿਉਂਕਿ ਹੈਂਕੜ, ਹੰਕਾਰ। ਤੇ ਬਾਣੀ ਆਂਦੀ ਮਨ ਦਸ ਨਾਜ ਟਕਾ ਚਰ ਗਾਂਠੀ, ਐਂਡੋ ਟੇਡੋ ਜਾਤ ਬਹੁਤ ਪ੍ਰਤਾਪ, ਗਾਉਂ ਸੋ ਪਾਏ 2 ਲੱਖ ਟਕਾ ਬਰਾਤ, ਦਿਵਸ 4 ਕੀ ਕਰੋ ਸਾਹਿਬੀ। 4 ਦਿਨਾਂ ਦੀ ਸਾਹਿਬੀ ਆ। ਜੈਸੇ ਬਨਹਰ ਪਾਤ ਨਾ ਕੋਊ ਲੈ ਆਇਓ ਇਹ ਤਨ, ਨਾ ਕੋਊ ਲੈ ਜਾਤ, ਰਾਵਣ ਹੂੰ ਤੇ ਅਦਕ ਛਤਰਪਤ, ਖਿਨ ਮੇ ਗਏ ਬਿਲਾਤ। ਰਾਵਣ ਨਾਲੋਂ ਵੀ ਕੋਈ ਵੱਡਾ ਹੋਏਗਾ? ਕਿੱਥੇ ਗਿਆ? ਤੋ ਪਾਤਸ਼ਾਹ ਜੀ ਇੱਥੇ ਕਹਿੰਦੇ ਨੇ, ਭੀਤਰ ਅਗਨ ਬਨਸਪਤ ਮੌਲੀ, ਸਾਗਰ ਪੰਡੇ ਪਾਇਆ, ਚੰਦ ਸੂਰਜ ਦੋਹੇ ਘਰ ਹੀ ਭੀਤਰ, ਐਸਾ ਗਿਆਨ ਨਾ ਪਾਇਆ। ਇਹ ਗਿਆਨ ਨਹੀਂ ਪਾਇਆ ਵੀ ਚੰਦਰਮਾ ਅੰਦਰ ਵੀ ਹੈਗਾ, ਸੂਰਜ ਮੇਰੇ ਅੰਦਰ ਵੀ ਹੈਗਾ। ਇਹ ਗਿਆਨ ਪਾਉਣਾ ਸੀ। ਸਵਾਮੀ ਬਣਤਾ ਦੇਵੋ ਮਤੀ, ਆ ਮਤ ਦਿਓ। ਰਾਮ ਰਵੰਤਾ ਜਾਣੀਏ ਕਮਾਈ ਭੋਗ ਕਰੇ। ਜਿਹੜਾ ਵੀ ਰੱਬ ਨਾਲ ਜੁੜਿਆ ਹੋਣ ਦਾ ਦਾਵਾ ਕਰਦਾ, ਉਹ ਇੱਕ ਮਾਂ ਨੂੰ ਖਾ ਜੂਗਾ। ਇਹ 'ਚ ਮਾਂ ਇੱਕ ਹੀ ਰਹਿਣੀ ਸੀ ਨਾ, ਆਪਾਂ ਗੱਲ ਆਰੰਭ 'ਚ ਕਹੀ ਸੀ ਵੀ ਇੱਕ ਮਾਂ ਰਹਿਣੀ, ਇੱਕ ਮਰ ਜਾਣੀ ਹੈ। ਰਾਮ ਰਵੰਤਾ ਜਾਣੀਏ ਇੱਕ ਮਾਈ ਭੋਗ, ਭੋਗਣਾ ਹੁੰਦਾ ਖਾ ਜਾਣਾ। ਜਿਵੇਂ ਆਪਾਂ ਕਹਿੰਦੇ ਮੈਂ ਆਹ ਚੀਜ਼ ਖਾਧੀ ਹੈ, ਮੈਂ ਭੋਗਿਆ, ਕਿਉਂਕਿ ਭੋਗੰ ਤਾਂ ਰੋਗੰ, ਹਰਖੰ ਤਾਂ ਸੋਗੰ। ਰਾਮ ਰਵੰਤਾ ਜਾਣੀਏ ਇੱਕ ਮਾਈ ਭੋਗ ਕਰੇ। ਰੱਬ ਨਾਲ ਜੁੜਿਆ ਉਹੀ ਜਾਣੋ ਜਿਹਨੇ ਇੱਕ ਮਾਈ ਨੂੰ ਭੋਗ ਲਿਆ, ਯਾਨੀ ਕਿ ਮਨ ਦੀ ਭੈੜੀ ਮੱਤ ਨੂੰ ਨਿਗਲ ਲਿਆ, ਖਾ ਲਿਆ, ਖਤਮ ਕਰਤਾ, ਤੇ ਪਿੱਛੇ ਰਹਿ ਗਈ ਸਿਰਫ ਗੁਰੂ ਦੀ ਮੱਤ। ਰਾਮ ਰਵੰਤਾ ਜਾਣੀਏ ਇੱਕ ਮਾਈ ਭੋਗ ਕਰੇ, ਤਾਂ ਕਿ ਲੱਖਣ ਜਾਣੀਏ। ਉਹਦੇ ਲੱਛਣ ਹੋਣਗੇ ਕਿਹੜੇ? ਖਿਮਾ, ਧਨ, ਸੰਗ੍ਰਹਿ। ਉਹਦੇ ਕੋਲ ਧਨ ਪਤਾ ਕਿਹੜਾ ਹੋਣਾ? ਖਿਮਾ ਦਾ, ਕਿਸੇ ਨੂੰ ਮਾਫ ਕਰਨ ਦਾ, ਸਹਿਣਸ਼ੀਲਤਾ। ਜਪਜੀ ਸਾਹਿਬ ਦੀ 38 ਨੰਬਰ ਪੌੜੀ, ਜਤ ਪਹਾਰਾ ਧੀਰਜ ਸੁਨਿਆਰ, ਸਹਿਜ, ਖਿਮਾ, ਧਨ, ਸੰਗ੍ਰਹਿ। ਤੇ ਅਖੀਰ 'ਚ ਪਤਾ ਕਹਿੰਦੇ ਨੇ, ਕਹਿੰਦੇ ਇਸ ਮਨ ਜਵਾਕ ਦੀ ਪਤਾ ਰਹਿਣੀ ਬਹਿਣੀ ਕਿਹਨਾਂ ਨਾਲ? ਕਹਿਆ ਸੁਣੇ। ਜਿਹੜਾ ਗਿਆਨ ਅੰਦਰੇ, ਕਰਮ ਅੰਦਰੇ, ਨਾ ਤੇ ਕਿਸੇ ਦੀ ਕਹੀ ਹੋਈ ਗੱਲ ਸੁਣਦੇ ਆ, ਕਹਿਆ ਸੁਣੇ ਨਾ ਖਾਇਆ ਮਨ ਹੈ। ਤੇ ਨਾ ਇਹ ਕਈ ਬੰਦੇ ਹੁੰਦੇ ਨਾ, ਤੁਸੀਂ ਖਾਈ ਵੀ ਜਾਣਗੇ, ਪੀ ਵੀ ਜਾਣਗੇ, ਤੇ ਮੰਨਦੇ ਵੀ ਨਹੀਂ ਮੈਂ ਆ ਖਾਧਾ। ਤੁਸੀਂ ਵੇਖਿਆ ਨਾ ਸਮਾਜ ਵਿੱਚ ਕਈ ਬੰਦੇ ਸਭ ਕੁਝ ਖਾ ਪੀ ਕੇ ਵੀ ਕਹਿਣਗੇ ਮੈਨੂੰ ਤਾਂ ਮਿਲਿਆ ਹੀ ਨਹੀਂ। ਉਹ ਸੁੱਖ ਨਾਲ ਅੱਜ ਕੱਲ੍ਹ ਕੈਮਰੇ ਹੈਗੇ ਵਿਆਹਾਂ 'ਚ, ਉਹ ਤੈਂ ਟਕਾ ਕੇ ਪਲੇਟ ਤੇ ਬਣਾਉਂਦੇ ਵੀ ਕਿੰਨੇ ਸਮੋਸੇ ਪਾਏ ਨੇ, ਕਿੰਨੇ ਇਹਦੀ ਪਲੇਟ 'ਚ ਕੀ ਕੁਝ ਹੈਗਾ। ਉਹ ਤਾਂ ਹੀ ਫਿਰ ਕਹੀ ਜਾਣਗੇ ਤੂੰ ਹੋਰ ਕਿਸੇ ਦੀ ਮੂਵੀ ਬਣਾ ਲਾ, ਵੀ ਸਾਡੀਆਂ ਬਣਾਈ ਜਾਂਦਾ ਭਾਈ। ਅਗਲਿਆਂ ਨੇ ਦੱਸਣਾ ਵੀ ਆ ਬਾਅਦ 'ਚ ਵੀ ਜਿਹੜਾ ਬੰਦਾ ਆਉਂਦਾ ਸੀ ਮੈਨੂੰ ਤਾਂ ਸ਼ੂਗਰ ਹੈ, ਮੈਂ ਤਾਂ ਮਿੱਠਾ ਛੱਡਿਆ ਹੋਇਆ, ਉਹ ਅਗਲੇ ਜ਼ੂਮ ਕਰਕੇ ਬਣਾਉਂਦੇ ਵੀ ਆਹ ਵੇਖੋ ਜੀ ਰਸਗੁੱਲਾ ਪਿਆ, ਆਹ ਵੇਖੋ ਜੀ ਆ ਇਹਨੇ ਟਿੱਕੀਆਂ ਵੀ ਖਾਧੀਆਂ ਜੀ, ਸਭ ਕੁਝ ਖਾਧਾ। ਹੁਣ ਇੱਥੇ ਗੱਲ ਸਰੀਰ ਦੀ ਨਹੀਂ ਹੋ ਰਹੀ, ਇੱਥੇ ਗੱਲ ਬੰਦੇ ਦੇ ਮਨ ਦੀ ਹੋ ਰਹੀ ਹੈ।
ਅੱਖਾਂ ਵੇਖ ਵੇਖ ਕੇ ਰੱਜ ਗਈਆਂ ਪਰ ਮੰਨੀਆਂ ਨਹੀਂ, ਕੰਨ ਸੁਣ ਸੁਣ ਕੇ ਰੱਜ ਕੇ ਮੰਨੇ ਨਹੀਂ, ਜ਼ੁਬਾਨ ਬੋਲ ਬੋਲ ਕੇ ਰੱਜੀ ਮੰਨੀ ਨਹੀਂ, ਕਹਿਆ ਸੁਣੇ ਨਾ ਖਾਇਆ ਮਾਨੇ ਤੇ ਨਾ ਹੀ ਸੇਤੀ ਵਾਸਾ। ਇਹ ਮਨ ਨਿਆਣੇ ਦਾ ਵਾਸਾ ਹੀ ਉਹਨਾਂ ਨਾਲ, ਟੱਬਰ ਇਹੋ ਜਿਹਾ ਫਸਿਆ ਪਿਆ, ਕੀ ਕਰੇ ਮਨ। ਪਰਣਵਤ ਨਾਨਕ ਦਾਸਨ ਦਾਸਾ ਖਿਨ ਤੋਲਾ। ਹੁਣ ਤੋਲੇ ਦਾ 12ਵਾਂ ਹਿੱਸਾ ਮਾਸਾ ਹੁੰਦਾ, ਤੋਲੇ ਦਾ 12ਵਾਂ ਹਿੱਸਾ ਮਾਸਾ ਹੁੰਦਾ। ਕਦੀ ਤਾਂ ਤੋਲਾ ਬਣ ਜਾਂਦਾ ਤਗੜਾ, ਵੀ ਪਰਵਾਹ ਹੀ ਕੋਈ ਨਹੀਂ। ਵੱਡੀ ਤੋਂ ਤੁਸੀਂ ਵੇਖੋ ਨਾ, ਕਈ ਬੰਦੇ ਵੱਡੀ ਤੋਂ ਵੱਡੀ ਮੁਸੀਬਤ ਡਟ ਕੇ ਮੁਕਾਬਲਾ ਕਰ ਲੈਣਗੇ, ਤੇ ਕਦੀ ਮਾਸਾ ਬਣ ਜਾਣਗੇ। ਮਾੜੀ ਜੀ ਗੱਲ ਹੋਈ ਤੇ ਲੰਮੇ ਪੈ ਗਏ, ਨਹੀਂ ਬਸ ਹੁਣ ਖਤਮ ਕਰਨੀ ਪਾਈ। ਇਹ ਮਨ ਹੈ, ਇਹ ਮਨ ਅਨਿਆਣਾ ਹੈ, ਜਵਾਕ ਹੈ। ਆਓ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਹੈ, ਮਨ ਨੂੰ ਤਗੜਾ ਕਰੀਏ। ਇਹਨੂੰ ਆਪਾਂ ਹੁਣ ਬਾਲਕ ਨਹੀਂ ਰਹਿਣ ਦੇਣਾ, ਇਹਨੂੰ ਮਚੋਰ ਬਣਾਉਣਾ। ਗੁਰ ਕੀ ਮੱਤ ਤੂੰ ਲੈ ਆਣੇ ਭਗਤ ਬਿਨਾ ਬਹੁ। ਆਓ ਆਪਣੇ ਇਸ ਨਿਆਣੇ ਮਨ ਨੂੰ ਆਪਣੇ ਅਸਲੇ ਦੀ ਪਹਿਚਾਣ ਕਰਾਈਏ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ। ਸਾਰੇ ਪੜੋ ਇੱਕ ਵਾਰ ਜੀ। ਮਨ ਤੂੰ ਜੋਤ ਸਰੂਪ ਹੈ, ਮਨ ਤੂੰ ਜੋਤ ਸਰੂਪ ਹੈ। ਆਪਣਾ ਮੂਲ ਪਛਾਣ, ਆਪਣਾ ਮੂਲ ਪਛਾਣ। ਵਾਹ ਵਾਹ। ਮਨ ਹਰ ਜੀ ਤੇਰੇ ਨਾਲ ਹੈ, ਮਨ ਹਰ ਜੀ ਤੇਰੇ ਨਾਲ ਹੈ। ਮਨ ਹਰ ਜੀ ਤੇਰੇ ਨਾਲ ਹੈ, ਮਨ ਹਰ ਜੀ ਤੇਰੇ ਨਾਲ ਹੈ। ਗੁਰਮਤੀ ਰੰਗ ਮਾਣ, ਗੁਰਮਤੀ ਰੰਗ ਮਾਣ। ਮਨ ਤੂੰ ਜੋਤ ਸਰੂਪ ਹੈ, ਮਨ ਤੂੰ ਜੋਤ ਸਰੂਪ ਹੈ। ਆਪਣਾ ਮੂਲ ਪਛਾਣ, ਆਪਣਾ ਮੂਲ ਪਛਾਣ। ਕੋਟਾਨ ਕੋਟ ਸ਼ੁਕਰਾਨਾ ਹੈ ਵਾਹਿਗੁਰੂ ਅਕਾਲ ਪੁਰਖ ਜੀ ਦਾ, ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਉਦਮ, ਚਾਓ, ਪ੍ਰੇਰਨਾ ਬਖਸ਼ਿਸ਼ ਕੀਤੀ। ਆਪਣੀ ਰਜੇਵਿਆਂ ਭਰੀ ਜ਼ਿੰਦਗੀ ਵਿੱਚੋਂ ਸਮਾਂ ਕੱਢ ਕੇ ਅੱਜ ਸਵੇਰ ਵੇਲੇ ਦੇ ਇਸ ਗੁਰਮਤਿ ਸਮਾਗਮ ਵਿੱਚ ਆਪਾਂ ਸਾਰਿਆਂ ਨੇ ਬੜੇ ਪਿਆਰ ਨਾਲ ਟਿਕਾ 'ਚ ਬੈਠ ਕੇ ਹਾਜ਼ਰੀ ਭਰੀ ਹੈ, ਵਿਚਾਰਾਂ ਸਰਵਣ ਕੀਤੀਆਂ ਨੇ। ਗੁਰਬਾਣੀ ਦੀਆਂ, ਗੁਰੂ ਸ਼ਬਦ ਦੀਆਂ ਵਿਚਾਰਾਂ ਕਰਦਿਆਂ ਜੋ ਭੁੱਲਾਂ ਹੋਈਆਂ ਉਹ ਮੇਰੀਆਂ ਨੇ। ਜੇ ਕੋਈ ਸ਼ਬਦ ਚੰਗਾ ਲੱਗਾ ਮੇਰਾ ਨਹੀਂ, ਸਤਿਗੁਰ ਜੀ ਦਾ ਜਾਣ ਕੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰਨਾ। ਇੱਥੋਂ ਦੀ ਸਮੁੱਚੀ ਪ੍ਰਬੰਧਕ ਕਮੇਟੀ, ਸਮੁੱਚੀਆਂ ਸੰਗਤਾਂ, ਸਤਿਕਾਰਯੋਗ ਭਾਈ ਸਾਹਿਬ ਹੋਣੀ, ਜਿੰਨੇ ਵੀ ਤੁਸੀਂ ਰਲ ਮਿਲ ਕੇ ਇਹ ਗੁਰਮਤਿ ਸਮਾਗਮ ਉਲੀਕੇ ਨੇ, ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਗੁਰੂ ਬਖਸ਼ਿਸ਼ ਕਰੇ। ਕਿਸਾਨੀ ਅੰਦੋਲਨ ਵਿੱਚ ਆਪ ਦਿੱਲੀ ਦੇ ਵਾਸੀ ਵੀਰਾਂ ਨੇ, ਸੰਗਤਾਂ ਨੇ, ਭੈਣਾਂ ਨੇ ਬਹੁਤ ਸਹਿਯੋਗ ਦਿੱਤਾ ਹੈ। ਜੇ ਅੱਜ ਜਿੱਤ ਹੈ, ਮਾਲਕ ਕਿਰਪਾ ਕਰੇ ਇਹ ਕਾਨੂੰਨ ਰੱਦ ਜੇ ਉਹਨਾਂ ਨੇ ਕਹੇ ਨੇ ਤੇ ਹੋ ਜਾਣ। ਜੇ ਖਬਰ ਆ ਰਹੀ ਹੈ ਤੇ ਇਹਦੇ ਵਿੱਚ ਕੱਲਾ ਪੰਜਾਬ ਨਹੀਂ, ਕੱਲਾ ਹਰਿਆਣਾ ਨਹੀਂ, ਦਿੱਲੀ ਦੇ ਕੱਲੇ ਕੱਲੇ ਨਾਗਰਿਕ ਨੇ ਆਪਣੀ ਰੂਹ ਤੋਂ ਸਹਿਯੋਗ ਦਿੱਤਾ ਹੈ। ਜਿਹੜੇ ਉੱਥੇ ਜਾ ਕੇ ਹਾਜ਼ਰੀ ਭਰਦੇ ਰਹੇ, ਆਪਣੇ ਨੂੰ ਤਿਲ ਫੁੱਲ ਭੇਟਾਵਾਂ ਆਪਣੇ ਕਿਸਾਨ ਭਰਾਵਾਂ ਵਾਸਤੇ ਉਹਨਾਂ ਨੇ ਹਰ ਪੱਖੋਂ ਸਹਿਯੋਗ ਬਖਸ਼ਿਸ਼ ਕੀਤਾ ਹੈ। ਗੁਰੂ ਬਖਸ਼ਿਸ਼ ਕਰੇ ਅਸੀਂ ਰਲ ਮਿਲ ਕੇ ਆਉਣ ਵਾਲੇ ਸਮੇਂ 'ਚ ਵੀ ਉਪਰਾਲੇ ਕਰਦੇ ਰਹੀਏ। ਗੁਰੂ ਦੀਆਂ ਵਿਚਾਰਾਂ ਸਾਡੇ ਘਰਾਂ ਤੱਕ ਪਹੁੰਚੇ, ਗੁਰੂ ਦਾ ਉਪਦੇਸ਼ ਸਾਡੀ ਜ਼ਿੰਦਗੀ ਦਾ ਸ਼ਿੰਗਾਰ ਬਣੇ। ਸਾਰਿਆਂ ਦਾ ਧੰਨਵਾਦ। ਇੰਨੀ ਕੁ ਸੇਵਾ ਪ੍ਰਵਾਨ ਕਰਨੀ। ਫਿਰ ਸਮਾਂ ਬਣਿਆ, ਫਿਰ ਤੁਹਾਡੇ ਦਰਸ਼ਨ ਕਰਾਂਗੇ। ਅਦਬ ਸਤਿਕਾਰ ਨਾਲ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।